हर दूजे बंदे ਨੂੰ ਸਰਵਾਈਕਲ ਪੇਨ ਰਹਿੰਦੀ ਹੈ। ਸਾਡਾ ਵਰਕਲੋਡ ਇੰਨਾ ਹੈਕਟਿਕ ਹੋ ਚੁੱਕਾ ਆ, ਲੋਕੀ ਸੋਸ਼ਲ ਮੀਡੀਆ ਹੀ ਫੋਨ ਦੇ ਉੱਤੇ ਇੰਨਾ ਦੇਖਦੇ ਨੇ, ਇੰਨਾ ਸਕਰੋਲ ਕਰਦੇ ਨੇ ਕਿ ਉਹਨਾਂ ਦੀ ਨੈਕ ਜਿਹੜੀ ਆ ਬਹੁਤ ਸਟਿਫ ਹੋ ਜਾਂਦੀ ਹੈ। ਓਵਰਵੇਟ ਇੱਕ ਮੇਨ ਓਬੈਸਿਟੀ ਜਿਹਨੂੰ ਆਪਾਂ ਕਹਿੰਦੇ ਆ ਮੇਨ ਕਾਰਨ ਹੈਗਾ ਆ ਨੀਸ ਪੇਨ ਦਾ। ਸਾਡਾ ਬੈਡ ਪੋਸਚਰ ਹੀ ਲੋਅਰ ਬੈਕ ਏਰੀਆ ਦੇ ਪੇਨ ਦਾ ਮੇਨ ਕਾਰਨ ਹੈ। ਜਦੋਂ ਸਾਡੀ ਬਾਡੀ ਦੇ ਵਿੱਚ ਡਰਾਈਨੈਸ ਆ ਜਾਏਗੀ, ਆਪਾਂ ਆਪਣੇ ਜੁਆਇੰਟਸ ਨੂੰ ਲੁਬਰੀਕੇਟ ਨਹੀਂ ਕਰਾਂਗੇ, ਸਰਵਾਈਕਲ ਨੂੰ, ਨੀ ਨੂੰ, ਲੋਅਰ ਬੈਕ ਨੂੰ, ਉਹ ਨੈਚੁਰਲੀ ਕੜਕੜ ਦੀ ਆਵਾਜ਼ਾਂ ਜਲਦੀਆਂ ਆਣਗੀਆਂ। ਇਹ ਲੋਕਾਂ ਦੇ ਮਨ 'ਚ ਇਹ ਵਹਿਮ ਹੈਗਾ ਕਿ ਜਾਨਵਰ ਹੈ ਮੇਰੇ ਮੂੰਹ ਤੇ ਲਗਾਉਣਾ ਜਾਂ ਮੇਰੇ ਬੈਕ ਤੇ ਜਾਂ ਮੇਰੇ ਉਸ ਪਰਟੀਕੂਲਰ ਇਨਫੈਕਟਡ ਏਰੀਆ ਤੇ ਲਗਾਉਣਾ ਹੈ। ਜ਼ਖਮ ਜਿਹੜਾ ਐਂਟੀਬਾਇਓਟਿਕ ਖਾ ਕੇ ਨਹੀਂ ਭਰਦਾ, ਉਹ ਕੱਲੀ ਇੱਕ ਸਿੰਗਲ ਲੀਚ ਹੀ ਉਸ ਨੂੰ ਭਰ ਦਿੰਦੀ ਹੈ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਦੋਸਤੋ, ਜਦੋਂ ਵੀ ਸਾਡੀ ਸਰੀਰਕ ਕਹਿ ਲਓ ਵੀ ਸਿਹਤਮੰਦੀ ਦੀ ਗੱਲ ਆਉਂਦੀ ਹੈ, ਸਿਹਤਾਬੀ ਦੀ ਗੱਲ ਆਉਂਦੀ ਹੈ, ਤਾਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ ਜੋ ਅਸੀਂ ਇਗਨੋਰ ਵੀ ਕਰਦੇ ਹਾਂ, ਹਨਾ। ਸੋ ਗੱਲ ਕਰ ਲਵਾਂ ਪੇਨਸ ਦੀ। ਪੇਨਸ ਅਜਿਹੀ ਚੀਜ਼ ਹੈ, ਜਦੋਂ ਮਾੜੀ ਜਿਹੀ ਦਰਦ ਹੁੰਦੀ ਹੈ ਤਾਂ ਅਸੀਂ ਪੇਨ ਕਿਲਰ ਲੈ ਕੇ ਉਸ ਪੇਨ ਨੂੰ ਇਗਨੋਰ ਕਰ ਦਿੰਦੇ ਹਾਂ, ਪਰ ਉਹ ਪੇਨ ਹੌਲੀ ਹੌਲੀ ਕਿੱਦਾਂ ਵੱਧ ਜਾਂਦੀ ਹੈ ਕਿ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਬਹੁਤ ਜ਼ਿਆਦਾ ਉਹ ਪੇਨ ਤੁਹਾਨੂੰ ਫਿਰ ਉਸ ਤੋਂ ਬਾਅਦ ਦਰਦਾਂ ਦੇਣੀਆਂ ਸ਼ੁਰੂ ਕਰ ਦਿੰਦੀ। ਪੇਨ ਦਰਦ ਹੁੰਦੀ ਹੈ, ਔਰ ਦਰਦ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਤਾਂ ਉਹਦੇ ਲਈ ਸਾਨੂੰ ਡਾਕਟਰ ਨੂੰ ਜ਼ਰੂਰ ਕੰਸਲਟ ਕਰ ਲੈਣਾ ਚਾਹੀਦਾ ਹੈ। ਸੋ ਡਾਕਟਰਾਂ ਦੀ ਕੀ ਰਾਏ ਹੈ ਸਾਡੀ ਪੇਨਸ ਨੂੰ ਲੈ ਕੇ, ਅਸੀਂ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ। ਸੋ तमाम ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਡਾਕਟਰ ਅਰੁਣ ਕੁਮਾਰ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡਾਕਟਰ ਸਾਹਿਬ, ਮੈਂ ਦਰਦਾਂ ਦੀ ਗੱਲ ਕੀਤੀ ਹੈ। ਸੋ ਸਰੀਰ ਦੇ ਵਿੱਚ ਆਮ ਤੌਰ ਤੇ ਅਲੱਗ-ਅਲੱਗ ਤਰ੍ਹਾਂ ਦੀ ਦਰਦ ਹੁੰਦੀ ਹੈ, ਪਰ ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ। ਸੋ ਦਰਦਾਂ ਨੂੰ ਇਗਨੋਰ ਕਰਨਾ ਕਿੰਨਾ ਕੁ ਵਾਜਿਬ ਹੈ, ਔਰ ਕਦੋਂ ਸਾਨੂੰ ਜਿਹੜਾ ਹੈ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਹੈ? ਦੇਖੋ ਜੀ, ਦਰਦਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਹੀ ਕਾਮਨ ਪ੍ਰੋਬਲਮ ਹੈਗੀ ਹੈ। ਐਂਡ ਲੋਕੀ ਇਹਦੇ ਵਿੱਚ ਜ਼ਿਆਦਾਤਰ ਕੀ ਕਰਦੇ ਨੇ ਕਿ ਕੈਮਿਸਟ ਕੋ ਜਾ ਕੇ 100-200 ਰੁਪਏ ਦੀ ਜਾਂ 50 ਰੁਪਏ ਦੀ ਖੁਰਾਕ ਖਾ ਕੇ ਉਹ ਆਪਣੀ ਦਰਦ ਨੂੰ ਟੈਂਪਰੇਰੀਲੀ ਰਿਲੀਫ ਦੇ ਦਿੰਦੇ ਨੇ, ਲੇਕਿਨ ਉਹੀ ਪੇਨ ਕਿਲਰਸ ਜਿਹੜੇ ਉਹ ਖਾਂਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਕਿਡਨੀ ਫੇਲੀਅਰ ਦਾ ਕਾਰਨ ਬਣਦੇ ਨੇ ਸਭ ਤੋਂ ਪਹਿਲੇ। ਐਂਡ ਉਹੀ ਜਿਹੜਾ ਨੁਕਸਾਨ ਹੈ ਉਹਨਾਂ ਦੀ ਬਾਡੀ ਨੂੰ ਬਹੁਤ ਜ਼ਿਆਦਾ ਹੁੰਦਾ ਹੈ, ਬਿਕੋਜ਼ ਕਿਉਂਕਿ ਕਈ ਡਾਕਟਰਸ ਐਂਡ ਕਈ ਕੈਮਿਸਟ ਉਹਨਾਂ ਨੂੰ ਸਟੀਰੋਇਡਸ ਵੀ ਨਾਲ ਵਿੱਚ ਦਿੰਦੇ ਨੇ। ਉਹ ਟੈਂਪਰੇਰੀਲੀ ਉਸ ਚੀਜ਼ ਨੂੰ ਰਿਕਵਰ ਤਾਂ ਕਰ ਦਿੰਦੇ ਨੇ, ਲੇਕਿਨ ਉਹ ਪਰਮਾਨੈਂਟ ਹੀਲ ਨਹੀਂ ਹੁੰਦੇ, ਤੇ ਉਹ ਬਾਡੀ ਨੂੰ ਕਿਡਨੀ ਫੇਲੀਅਰ, ਲੀਵਰ ਫੇਲੀਅਰ ਐਂਡ ਬ੍ਰੇਨ ਹੈਮਰੇਜ ਤੱਕ ਕਰਨ ਦੇ ਵਿੱਚ ਉਹਨਾਂ ਨੂੰ ਕਾਫੀ ਨੁਕਸਾਨ ਬਾਡੀ ਨੂੰ, ਪੇਸ਼ੈਂਟਸ ਨੂੰ ਝੱਲਣਾ ਪੈਂਦਾ ਹੈ। ਅੱਛਾ ਡਾਕਟਰ ਸਾਹਿਬ, ਮੈਂ ਪੇਨ ਦੀ ਗੱਲ ਕੀਤੀ, ਪੇਨ ਕਿਲਰਸ ਦੀ ਵੀ ਆਪਾਂ ਗੱਲ ਕਰ ਲਈ, ਪਰ ਮੈਂ ਇੱਥੇ ਨਾ ਜਿਹੜੀਆਂ ਕਾਮਨ ਪੇਨ ਆ, ਜਿਹੜੀਆਂ ਅਸੀਂ ਹਰ ਦੂਜੇ ਘਰ ਦੇ ਵਿੱਚ ਹਰ ਦੂਜੇ ਸ਼ਖਸ ਤੋਂ ਸੁਣਦੇ ਆ। ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਸਰਵਾਈਕਲ ਪੇਨ, ਕਿਉਂਕਿ ਅੱਜ ਕੱਲ ਅਸੀਂ ਗੈਜਟਸ ਜ਼ਿਆਦਾ ਯੂਜ਼ ਕਰਦੇ ਨਾ, ਜਿਹਦੇ ਕਰਕੇ ਉਹ ਲੰਮ ਨਿਕਲ ਆਉਂਦਾ ਆ। ਸੋ ਸਰਵਾਈਕਲ ਪੇਨ ਕੀ ਹੈ, ਕਿੱਦਾਂ ਇਹ ਵੱਧ ਜਾਂਦਾ ਹੈ, ਔਰ ਕਦੋਂ ਜਿੱਦਾਂ ਮਤਲਬ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ, ਔਰ ਕੀ ਇਹਦੇ ਜਿੱਦਾਂ ਨੂੰ ਇਹ ਤੋਂ ਮੁਕਤੀ ਪਾਉਣ ਦੇ ਲਈ ਕੀ ਕਰਨਾ ਚਾਹੀਦਾ ਹੈ? ਦੇਖੋ ਜੀ, ਸਰਵਾਈਕਲ ਪੇਨ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਹੀ ਕਾਮਨ ਪ੍ਰੋਬਲਮ ਹੈ, ਐਂਡ ਹਰ ਦੂਜੇ ਬੰਦੇ ਨੂੰ ਸਰਵਾਈਕਲ ਪੇਨ ਰਹਿੰਦੀ ਹੈ, ਬਿਕੋਜ਼ ਸਾਡਾ ਵਰਕਲੋਡ ਇੰਨਾ ਹੈਕਟਿਕ ਹੋ ਚੁੱਕਾ ਆ। ਲੋਕੀ ਸੋਸ਼ਲ ਮੀਡੀਆ ਹੀ ਫੋਨ ਦੇ ਉੱਤੇ ਇੰਨਾ ਦੇਖਦੇ ਨੇ, ਇੰਨਾ ਸਕਰੋਲ ਕਰਦੇ ਨੇ ਕਿ ਉਹਨਾਂ ਦੀ ਨੈਕ ਜਿਹੜੀ ਆ ਬਹੁਤ ਸਟਿਫ ਹੋ ਜਾਂਦੀ ਹੈ। ਇਹਦਾ ਸਟਿਫਨੈਸ ਦਾ ਮੇਨ ਇੱਕ ਕਾਰਨ ਇਹ ਹੈ ਕਿ ਸਾਡੇ ਬਾਡੀ ਦੇ ਵਿੱਚ ਡਰਾਈਨੈਸ ਬਹੁਤ ਜ਼ਿਆਦਾ ਵੱਧ ਗਈ ਹੋਈ ਹੈ, ਐਂਡ ਲੋਕੀ ਆਪਣੀ ਬਾਡੀ ਨੂੰ ਲੁਬਰੀਕੇਟ ਨਹੀਂ ਕਰਦੇ, ਲੋਕੀ ਆਪਣੀ ਬਾਡੀ ਦੀ ਮਸਾਜ ਨਹੀਂ ਕਰਦੇ, ਜਾਂ ਲੋਕੀ ਆਪਣੇ ਨੈਕ ਏਰੀਆ ਨੂੰ ਤੇਲ ਦੇ ਨਾਲ ਮਾਲਿਸ਼ ਨਹੀਂ ਕਰਦੇ ਨੇ, ਜਿਸ ਕਰਕੇ ਉਸ ਏਰੀਆ ਦੇ ਵਿੱਚ ਸਟਿਫਨੈਸ ਆ ਜਾਂਦੀ। ਸਟਿਫਨੈਸ ਆਉਣ ਦੀ ਵਜ੍ਹਾ ਦੇ ਨਾਲ ਜਦੋਂ ਉਹ ਆਪਾਂ ਆਪਣਾ ਗਰਦਨ ਨੂੰ ਜਾਂ ਅੱਗੇ ਪਿੱਛੇ ਕਰਦੇ ਹਾਂ ਤਾਂ ਸਾਡੇ ਉਸ ਚੀਜ਼ ਦੇ ਵਿੱਚ ਬੜਾ ਖਿਚਾਵ ਮਹਿਸੂਸ ਹੁੰਦਾ ਹੈ। ਸੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸੇ ਕਰਕੇ ਲੋਕਾਂ ਨੂੰ ਚੱਕਰ ਬਹੁਤ ਆਉਂਦੇ ਨੇ, ਅੱਖਾਂ ਅੱਗੇ ਹਨੇਰਾ ਬੜਾ ਆਉਂਦਾ ਹੈ, ਲੋਕਾਂ ਨੂੰ ਇੱਕਦਮ ਹੀ ਬਲਾਈਂਡ ਹੋ ਜਾਂਦੇ ਨੇ ਕਿ ਉਹ ਕਹਿੰਦੇ ਨੇ ਕਿ ਜਦੋਂ ਆਪਾਂ ਮੰਜੇ ਤੋਂ ਉੱਠਦੇ ਹਾਂ ਸਵੇਰੇ ਤੇ ਸਾਡੇ ਅੱਖਾਂ ਅੱਗੇ ਬਹੁਤ ਜ਼ਿਆਦਾ ਹਨੇਰਾ ਆ ਜਾਂਦਾ। ਤੇ ਇਹ ਕਾਮਨ ਸਿੰਪਟਮਸ ਨੇ ਸਰਵਾਈਕਲ ਦੇ। ਸੋ ਇਹਨੂੰ ਹੀਲ ਕਰਨ ਦੇ ਲਈ ਆਯੁਰਵੈਦਿਕ ਇੱਕ ਐਦਾਂ ਦੀ ਥੈਰੇਪੀ ਹੈ ਸਾਡੇ ਕੋਲ, ਜਿਹਦੇ ਨਾਲ ਆਪਾਂ ਸਰਵਾਈਕਲ ਦੀ ਪੇਨ ਨੂੰ ਜੜੋਂ ਖਤਮ ਕਰ ਦਿੰਦੇ ਆ, ਐਂਡ ਉਹਨੂੰ ਪ੍ਰੋਪਰਲੀ ਹੀਲ ਕਰ ਦਿੰਦੇ ਆ ਕਿ ਪੇਸ਼ੈਂਟਸ ਨੂੰ ਦੁਬਾਰਾ ਉਹ ਚੀਜ਼ ਨਾ ਆਵੇ। ਬਿਕੋਜ਼ ਥੈਰੇਪੀਜ਼ ਦੇ ਨਾਲ ਆਪਾਂ ਪੇਸ਼ੈਂਟ ਨੂੰ ਲਾਈਫ ਮੋਡੀਫਿਕੇਸ਼ਨ ਵੀ ਕਾਉਂਸਲ ਕਰਦੇ ਆ, ਜਿਹਦੇ ਵਿੱਚ ਪੇਸ਼ੈਂਟ ਆਪਣੀ ਬਾਡੀ ਦੇ ਲਈ ਅਵੇਅਰ ਹੋਵੇ ਐਂਡ ਆਪਣੀ ਬਾਡੀ ਨੂੰ ਹੀਲ ਕਰੇ ਨੈਚੁਰਲੀ। ਜੀ ਅੱਛਾ ਡਾਕਟਰ, ਇੱਕ ਮਿਥ ਹੈ ਜਦੋਂ ਅਸੀਂ ਸਰਵਾਈਕਲ ਦੀ ਗੱਲ ਸੁਣਦੇ ਨਾ, ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਇਹ ਤਾਂ ਹਟਦਾ ਹੀ ਨਹੀਂ। ਉਹ ਕੀ ਥੈਰੇਪੀ ਜੜੋਂ ਖਤਮ ਕਰਦੀ ਇਸ ਚੀਜ਼ ਨੂੰ? ਬਿਲਕੁਲ ਖਤਮ ਕਰਦੀ ਹੈ ਜੀ। ਮੈਂ ਤੁਹਾਨੂੰ ਪਹਿਲੇ ਵੀ ਹੁਣੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਅਗਰ ਆਪਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਦੀ ਗੱਲ ਕਰਦੇ ਹਾਂ ਥੈਰੇਪੀਜ਼ ਦੇ ਨਾਲ, ਅਗਰ ਪੇਸ਼ੈਂਟ ਨੂੰ ਸਮਝਾਇਆ ਜਾਵੇ ਕਿ ਤੁਹਾਡੀ ਇਹ ਰੂਟ ਕਾਜ਼ ਕੀ ਹੈ, ਜੇ ਪੇਸ਼ੈਂਟ ਉਸ ਰੂਟ ਕਾਜ਼ ਨੂੰ ਹੀ ਟ੍ਰੀਟ ਕਰ ਲਵੇ ਤਾਂ ਉਸ ਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਉਹ ਪ੍ਰੋਬਲਮ ਹੀ ਨਹੀਂ ਆਏਗੀ। ਹੁਣ ਮੇਰੇ ਕੋਲ ਥੈਰੇਪੀਜ਼ ਲੈ ਜਾਣ ਜਾਂ ਟੈਂਪਰੇਰੀਲੀ ਐਲੋਪੈਥਿਕ ਮੈਡੀਸਿਨਸ ਖਾ ਲੈਣ,
ਐਂਡ ਆਫਟਰ ਦੈਟ ਫਿਰ ਉਹ ਆਪਣੇ ਸੇਮ ਰੂਟੀਨ ਦੇ ਵਿੱਚ ਆ ਜਾਣ, ਮੋਬਾਈਲ ਦੇਖੀ ਜਾਣ ਜਾਂ ਆਪਣੇ ਟੀਵੀ ਦੇਖੀ ਜਾਣ, ਪਿੱਲੋ ਉੱਚਾ ਕਰਕੇ ਲੈ ਲੈਣ, ਤਾਂ ਉਹਦੇ ਵਿੱਚ ਉਹ ਰੂਟ ਕਾਜ਼ ਕਿਉਰ ਹੀ ਨਹੀਂ ਹੋਏਗੀ ਉਹਦੀ, ਫਿਰ ਉਹ ਅਗੇਨ ਉਹਨੂੰ ਅਟੈਕ ਕਰੇਗੀ। ਲੇਕਿਨ ਉਹ ਰੂਟ ਕਾਜ਼ ਨੂੰ ਕਿਉਰ ਕਰਨ ਵਿਦ ਐਲੋਪੈਥਿਕ ਮੈਡੀਸਿਨਸ ਨੂੰ ਘੱਟ ਅਵੋਇਡ ਕਰਨ ਪ੍ਰੋਪਰ ਤਰੀਕੇ ਨਾਲ, ਐਂਡ ਉਹ ਆਯੁਰਵੈਦਿਕ ਮੈਡੀਸਿਨਸ ਐਂਡ ਉਹਨੂੰ ਥੈਰੇਪੀਜ਼ ਨੂੰ ਲੈਣ ਨਾਲ, ਜਿਹਦਾ ਟੋਟਲੀ ਨੈਚੁਰਲ ਥੈਰੇਪੀਜ਼ ਹੈਗੀਆਂ ਨੇ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਤੇ ਉਹਦੇ 'ਚ ਸਾਨੂੰ ਬਹੁਤ ਜਲਦੀ ਇਸ ਚੀਜ਼ ਤੋਂ ਰਿਲੀਫ ਮਿਲਦਾ ਹੈ। ਡਾਕਟਰ ਸਾਹਿਬ, ਇੱਕ ਹੋਰ ਕਾਮਨ ਪੇਨ ਆ ਜੋ ਪਹਿਲਾਂ ਤਾਂ ਆਪਾਂ ਨਾ ਨਾਰਮਲੀ 40 ਅਬਵ ਲੋਕਾਂ ਦੇ ਵਿੱਚ ਸੁਣਦੇ ਸੀ, ਪਰ ਅੱਜ ਕੱਲ ਨਾ 30 ਔਰ 30 ਪਲੱਸ ਮਤਲਬ ਯੰਗ ਏਜ ਦੇ ਵਿੱਚ ਵੀ ਅਸੀਂ ਸੁਣਨ ਲੱਗੇ, ਦੈਟ ਇਜ਼ ਨੀ ਪੇਨ। ਸੋ ਗੋਡਿਆਂ ਦੀ ਦਰਦਾਂ ਤੋਂ ਲੋਕ ਇੰਨੇ ਕੁ ਜ਼ਿਆਦਾ ਤੰਗ ਨੇ, ਸੋ ਗੋਡਿਆਂ ਦੀ ਦਰਦ ਕਿਵੇਂ ਸ਼ੁਰੂ ਹੁੰਦੀ ਹੈ ਔਰ ਇਹ ਤੋਂ ਕਿਵੇਂ ਨਿਜਾਤ ਪਾਇਆ ਜਾ ਸਕਦਾ? ਦੇਖੋ ਜੀ, ਗੋਡਿਆਂ ਦੀ ਦਰਦਾਂ ਦਾ ਸਭ ਤੋਂ ਮੇਨ ਕਾਰਨ ਹੈ ਓਵਰਵੇਟ ਹੋਣਾ। ਜਦੋਂ ਸਾਡੇ ਸਰੀਰ ਦੇ ਵਿੱਚ weight ਬਹੁਤ ਜ਼ਿਆਦਾ ਗੇਨ ਹੋ ਜਾਂਦਾ ਹੈ, ਤੇ ਆਪਾਂ ਜਦੋਂ ਡੇਲੀ ਰੂਟੀਨ ਦੇ ਵਿੱਚ ਚੱਲਦੇ ਹਾਂ ਤਾਂ ਸਾਡੀ ਬੋਡੀ ਦਾ ਸਾਰਾ weight ਗੋਡਿਆਂ ਦੇ ਉੱਤੇ ਪੈਂਦਾ ਹੈ। ਓਵਰਵੇਟ ਇੱਕ ਮੇਨ ਓਬੈਸਿਟੀ ਜਿਹਨੂੰ ਆਪਾਂ ਕਹਿੰਦੇ ਆ, ਮੇਨ ਕਾਰਨ ਹੈਗਾ ਆ ਨੀਸ ਪੇਨ ਦਾ। ਉਹਦੇ ਨਾਲ ਜਦੋਂ ਸਾਡਾ ਕੰਮ ਅੱਗੇ ਵੱਧਦਾ ਆ, ਹੌਲੀ ਹੌਲੀ ਡੇਲੀ ਆਪਾਂ ਰੂਟੀਨ ਦੇ ਵਿੱਚ ਆਪਾਂ ਚੈੱਕ ਕਰਦੇ ਹਾਂ ਕਿ ਸਾਡੇ ਨੀਸ ਦੇ ਵਿੱਚ ਕੜਕੜ ਦੀ ਆਵਾਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅੱਜ ਕੱਲ੍ਹ ਤਾਂ ਮੈਂ ਦੇਖਦਾ ਹਾਂ ਕਿ 35-40 ਸਾਲ ਦੇ ਵਿੱਚ ਹੀ ਕੜਕੜ ਦੀ ਆਵਾਜ਼ਾਂ ਸ਼ੁਰੂ ਹੋ ਜਾਂਦੀਆਂ। ਉਹਦਾ ਮੇਨ ਰੀਜ਼ਨ ਇਹ ਹੈ, ਜਿਹੜਾ ਤੁਹਾਨੂੰ ਮੈਂ ਪਹਿਲੇ ਦੱਸਿਆ, ਡਰਾਈਨੈਸ। ਜਦੋਂ ਸਾਡੀ ਬਾਡੀ ਦੇ ਵਿੱਚ ਡਰਾਈਨੈਸ ਆ ਜਾਏਗੀ, ਆਪਾਂ ਆਪਣੇ ਜੁਆਇੰਟਸ ਨੂੰ ਲੁਬਰੀਕੇਟ ਨਹੀਂ ਕਰਾਂਗੇ, ਸਰਵਾਈਕਲ ਨੂੰ, ਨੀ ਨੂੰ, ਲੋਅਰ ਬੈਕ ਨੂੰ ਆਪਾਂ ਆਇਲਿੰਗ ਨਹੀਂ ਕਰਾਂਗੇ, ਤਾਂ ਨੈਚੁਰਲੀ ਉਹ ਚੀਜ਼ਾਂ ਡਰਾਈ ਹੋ ਜਾਣਗੀਆਂ। ਜਦੋਂ ਡਰਾਈਨੈਸ ਆ ਗਈ ਉਸ ਚੀਜ਼ ਦੇ ਉੱਤੇ, ਤਾਂ ਉਹ ਨੈਚੁਰਲੀ ਕੜਕੜ ਦੀ ਆਵਾਜ਼ਾਂ ਜਲਦੀਆਂ ਆਉਣਗੀਆਂ। ਕੜਕੜ ਦੀ ਆਵਾਜ਼ ਆਉਣ ਤੋਂ ਬਾਅਦ ਸਿੱਧਾ ਹੀ ਪੇਸ਼ੈਂਟ ਚੌਥੀ ਸਟੇਜ ਤੇ ਪਹੁੰਚ ਜਾਂਦਾ, ਜਿਹਦੇ ਚ ਐਲੋਪੈਥਿਕ ਡਾਕਟਰ ਐਡਵਾਈਜ਼ ਕਰਦੇ ਨੇ ਕਿ ਤੁਸੀਂ ਨੀ ਰਿਪਲੇਸਮੈਂਟ ਕਰਵਾ ਲਓ ਆਪਣੀ। ਸੋ ਮੈਂ ਤਾਂ ਦਰਸ਼ਕਾਂ ਨੂੰ ਤੁਹਾਡੇ ਟੀਵੀ ਪੰਜਾਬ ਦੇ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਇੱਕ ਸਪੈਸ਼ਲ ਥੈਰੇਪੀ ਹੈ, ਜਿਹਨੂੰ ਆਪਾਂ ਜਾਨੂ ਬਸਤੀ ਕਹਿੰਦੇ ਆ ਆਯੁਰਵੇਦ ਦੇ ਵਿੱਚ। ਇਹ ਇੱਕ ਇਦਾਂ ਦੀ ਥੈਰੇਪੀ ਹੈ ਜਿਹਦੇ ਵਿੱਚ ਆਪਾਂ 30 ਤੋਂ ਲੈ ਕੇ 45 ਮਿੰਟ ਦੀ ਥੈਰੇਪੀ ਆਪਾਂ ਪਰ ਡੇ ਦਿੰਦੇ ਆ ਪੇਸ਼ੈਂਟਸ ਨੂੰ। ਐਂਡ ਮੈਡੀਕੇਟਡ ਆਇਲ ਨੇ ਸਾਡੇ ਕੋਲ ਕੇਰਲਾ ਦੇ ਸਪੈਸ਼ਲ, ਉਹਨੂੰ ਆਪਾਂ ਆਇਲ ਨੂੰ ਕੋਸਾ ਕਰਕੇ ਉਸ ਗੋਡੇ ਦੇ ਉੱਤੇ ਟਿਕਾ ਕੇ ਰੱਖਦੇ ਆ, ਤੇ ਉਹਨੂੰ ਆਪਾਂ ਪੇਸ਼ੈਂਟ ਦੀ ਕੰਡੀਸ਼ਨ ਦੇ ਅਕੋਰਡਿੰਗ ਦੱਸਦੇ ਆ ਕਿ ਉਹਨਾਂ ਨੂੰ ਕਿੰਨੇ ਸਿਟਿੰਗਸ ਦੀ ਲੋੜ ਹੈ, ਐਂਡ ਉਹ ਨੈਚੁਰਲੀ ਉਸ ਏਰੀਆ ਨੂੰ ਲੁਬਰੀਕੇਟ ਕਰਦੀ ਹੈ ਤੇ ਉਹਦੀ ਪੇਨ, ਸਟਿਫਨੈਸ, ਸਾਰੀਆਂ ਚੀਜ਼ਾਂ ਨੂੰ ਘਟਾਉਂਦੀ ਹੈ। ਇਹ ਜਿਹੜੀ ਥੈਰੇਪੀ ਹੈ ਟੋਟਲੀ ਸੇਫ ਹੈਗੀ ਹੈ ਹਰ ਇੱਕ ਪੇਸ਼ੈਂਟਸ ਵਾਸਤੇ, ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਆ। ਐਂਡ ਇਹਦੇ ਵਿੱਚ ਕੋਈ ਜ਼ਿਆਦਾ ਮੈਡੀਸਿਨਸ ਵੀ ਖਾਣ ਦੀ ਲੋੜ ਨਹੀਂ ਪੈਂਦੀ ਹੈ। ਘੱਟ ਮੈਡੀਸਿਨਸ ਖਾ ਕੇ ਤੁਹਾਨੂੰ ਇਸ ਥੈਰੇਪੀ ਦੇ ਨਾਲ ਵਧੀਆ ਰਿਜ਼ਲਟ ਤੁਹਾਨੂੰ ਐਕੂਰੇਟ ਮਿਲ ਸਕਦਾ, ਤੁਸੀਂ ਨੀ ਰਿਪਲੇਸਮੈਂਟ ਤੋਂ ਵੀ ਬਚ ਸਕਦੇ ਹੋ। ਮਤਲਬ ਇੱਕ ਤਰ੍ਹਾਂ ਨਾਲ ਇੱਕ ਵਰਦਾਨ ਹੀ ਹੈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ, ਜਦੋਂ ਨੀ ਰਿਪਲੇਸਮੈਂਟ ਦੀ ਗੱਲ ਆਉਂਦੀ ਹੈ ਤਾਂ ਇੱਕ ਡਰ ਜ਼ਿਹਨ ਦੇ ਵਿੱਚ ਬਹਿ ਜਾਂਦਾ ਕਿ ਆਪਰੇਸ਼ਨ ਹੋਏਗਾ, ਪੇਨਫੁਲ ਹੋਏਗਾ। ਸੋ ਇਹ ਥੈਰੇਪੀ ਵਾਕਈ ਇੱਕ ਵਰਦਾਨ ਆ ਜੇਕਰ ਨੀ ਰਿਪਲੇਸਮੈਂਟ ਦੀ ਥੈਰੇਪੀ ਤੋਂ ਬਚਾਇਆ ਜਾ ਸਕਦਾ। ਦੇਖੋ ਮੈਮ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸਰਜਰੀ ਤੋਂ ਹਰ ਬੰਦਾ ਬਚਣਾ ਚਾਹੁੰਦਾ ਹੈ। ਸੋ ਮੈਂ ਦਰਸ਼ਕਾਂ ਨੂੰ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੇ ਕੋਲ ਜਿਹੜੀ ਜਾਨੂ ਬਸਤੀ ਥੈਰੇਪੀ ਹੈ, ਨੀ ਦੀ ਥੈਰੇਪੀ, ਇਹ ਪੰਚਕਰਮਾ ਥੈਰੇਪੀਜ਼ ਦਾ ਹੀ ਇੱਕ ਪਾਰਟ ਹੈਗਾ ਆ। ਇਹ ਇੱਕ ਇਦਾਂ ਦੀ ਥੈਰੇਪੀ ਹੈ ਜਿਹਦੇ 'ਚ ਕੋਈ ਨੁਕਸਾਨ ਨਹੀਂ ਹੈ ਸਰੀਰ ਨੂੰ। ਤੁਹਾਨੂੰ ਆਪਾਂ ਕੋਈ ਇੰਜੈਕਸ਼ਨ ਨਹੀਂ ਲਗਾਉਣਾ, ਤੁਹਾਨੂੰ ਆਪਾਂ ਕੋਈ ਐਕਸਟਰਾ ਪੇਨ ਕਿਲਰਸ ਨਹੀਂ ਖਵਾਉਣੀਆਂ। ਤੁਹਾਡੇ ਨੈਚੁਰਲ ਗੋਡੇ ਨੂੰ ਮਤਲਬ ਪ੍ਰੋਪਰ ਤਰੀਕੇ ਨਾਲ ਲੁਬਰੀਕੇਟ ਕਰਾਂਗੇ ਆਪਾਂ, ਐਂਡ ਉਸ ਜਗ੍ਹਾ ਦੀ ਸਟਿਫਨੈਸ ਨੂੰ, ਤੁਹਾਡੀ ਗਰੀਸ ਨੂੰ, ਤੁਹਾਡੀ ਬਾਡੀ ਹੀ ਉਸ ਚੀਜ਼ ਨੂੰ ਬਣਾਏਗੀ ਦੁਬਾਰਾ। ਐਂਡ ਉਹਦੇ 'ਚ ਆਪਾਂ ਤੁਹਾਨੂੰ ਲਾਈਫ ਸਟਾਈਲ ਮੋਡੀਫਿਕੇਸ਼ਨ ਦੇ ਬਾਰੇ, ਮੈਂ ਜਿੱਦਾਂ ਗੱਲ ਕੀਤੀ ਸੀਗੀ ਮੈਡਮ ਦੇ ਨਾਲ, ਉਦਾਂ ਹੀ ਆਪਾਂ ਤੁਹਾਨੂੰ ਵੀ ਲਾਈਫ ਸਟਾਈਲ ਮੋਡੀਫਿਕੇਸ਼ਨ ਦੇ ਬਾਰੇ ਜਾਗਰੂਕ ਕਰਾਵਾਂਗੇ, ਤੇ ਉਸ ਚੀਜ਼ ਨੂੰ ਤੁਸੀਂ ਫੋਲੋ ਕਰੋ, ਤੇ ਜ਼ਰੂਰ ਤੁਸੀਂ ਜਲਦੀ ਤੋਂ ਜਲਦੀ ਉਸ ਚੀਜ਼ ਦੇ ਨਾਲ ਸਕਸੈਸ ਵੀ ਆਪਣੇ ਲਾਈਫ ਸਟਾਈਲ ਦੇ ਵਿੱਚ ਪਾਓਗੇ, ਜ਼ਰੂਰ ਪਾਓਗੇ। ਅੱਛਾ ਡਾਕਟਰ ਸਾਹਿਬ, ਪੇਨ ਦੀ ਗੱਲ ਹੁੰਦੀ ਹੈ ਤਾਂ ਪੇਨ ਦੇ ਵਿੱਚ ਨਾ ਲੋਅਰ ਬੈਕ ਪੇਨ ਹਨਾ, ਆਬਵੀਅਸਲੀ ਇਹਦੇ ਵਿੱਚ ਵੀ ਓਵਰਵੇਟ ਜਿਹੜਾ ਹੋਏਗਾ ਉਹ ਕਾਰਨ ਹੋਏਗਾ, ਪਰ ਜਿਹੜੀ ਲੋਅਰ ਬੈਕ ਪੇਨ ਹੈ ਜਦੋਂ ਹੁੰਦੀ ਹੈ ਤਾਂ ਕਈ ਵਾਰੀ ਸਾਨੂੰ ਕਹਿ ਦਿੱਤਾ ਜਾਂਦਾ ਮਣਕਾ ਹਿਲ ਗਿਆ, ਡਿਸਕ ਹਿਲ ਗਈ, ਕਿੱਦਾਂ ਵੀ ਕਰਕੇ ਸਾਨੂੰ ਕਈ ਕਾਰਨ ਦੱਸੇ ਜਾਂਦੇ ਨੇ। ਸੋ ਡਿਸਕ ਹਿਲਣਾ, ਮਣਕਾ ਹਿਲਣਾ ਆਪਣੀ ਜਗ੍ਹਾ ਤੋਂ, ਇਹਦੇ ਕੀ ਕਾਰਨ, ਓਵਰਵੇਟ ਤੋਂ ਇਲਾਵਾ ਕਿਹੜੇ ਕਾਰਨ ਹੋ ਸਕਦੇ ਨੇ? ਦੇਖੋ ਮੈਮ, ਇਹਦੇ 'ਚ ਜਿਹੜਾ ਮੇਨ ਕਾਰਨ ਆ ਓਵਰਵੇਟ ਤੋਂ ਇਲਾਵਾ, ਇਹਦੇ 'ਚ ਬੈਡ ਪੋਸਚਰ ਹੈ। ਹੁਣ ਜਿੱਦਾਂ ਆਪਾਂ ਵੀ ਕੁਰਸੀ ਦੇ ਵਿੱਚ ਬੈਠੇ ਹੋਏ ਆ, ਜੇ ਆਪਾਂ ਥੋੜਾ ਜਿਹਾ ਟਿਲਟ ਹੋ ਕੇ, ਟੇਢਾ ਮੇਢਾ ਸਾਡਾ ਪੋਸਚਰ ਹੋਏਗਾ, ਉਹ ਨੈਚੁਰਲੀ ਸਾਡੀ ਜਿਹੜੀ ਸਪਾਈਨ ਆ ਉਹ ਵੀ ਟਿਲਟ ਹੋ ਜਾਏਗੀ ਥੋੜਾ, ਜਿਹਨੂੰ ਸਕੋਲੀਓਸਿਸ ਆਪਾਂ ਐਲੋਪੈਥਿਕ ਵਰਡ ਯੂਜ਼ ਕਰਦੇ ਮੈਡੀਕਲ ਟਰਮ। ਐਂਡ ਉਹ ਜਿਹੜੀ ਚੀਜ਼ ਹੈ ਉਹ ਸਾਡੇ ਸਪਾਈਨ ਨੂੰ ਕੰਪਰੈਸ ਕਰ ਦਿੰਦੀ ਹੈ, ਜਿਹਨੂੰ ਆਪਾਂ ਡੀਕੰਪਰੈਸ਼ਨ ਕਹਿੰਦੇ ਆ। ਉਹ ਜਦੋਂ ਸਪਾਈਨ ਉਸ ਜਗ੍ਹਾ ਤੋਂ ਕੰਪਰੈਸ ਹੋਗੀ ਤੇ ਉਹ ਡਿਸਕ ਬਲਜ ਹੋ ਜਾਂਦਾ, ਤੇ ਉਹ ਸਾਡੀ ਸਪਾਈਨਲ ਕੋਰਡ ਨੂੰ ਕੰਪਰੈਸ ਕਰ ਦਿੰਦੀ ਹੈ ਆ ਕੇ। ਐਂਡ ਸਾਡਾ ਬੈਡ ਪੋਸਚਰ ਹੀ ਲੋਅਰ ਬੈਕ ਏਰੀਆ ਦੇ ਪੇਨ ਦਾ ਮੇਨ ਕਾਰਨ ਹੈ, ਜਿਹੜਾ ਹੌਲੀ ਹੌਲੀ ਸ਼ਿਆਟਿਕਾ 'ਚ ਕਨਵਰਟ ਹੋ ਜਾਂਦਾ ਹੈ। ਤੇ ਸ਼ਿਆਟਿਕਾ ਪੇਨ ਵੀ ਬਹੁਤ ਤੁਸੀਂ ਅੱਜ ਕੱਲ੍ਹ ਸੁਣੀ ਹੋਏਗੀ, ਇਹਦਾ ਵੀ ਐਲੋਪੈਥੀ ਦੇ ਵਿੱਚ ਸਟੀਰੋਇਡਸ ਐਂਡ ਪੇਨ ਕਿਲਰਸ ਹੀ ਇਲਾਜ ਹੈ। ਐਂਡ ਸਾਡੇ ਆਯੁਰਵੇਦ ਦੇ ਵਿੱਚ ਬਸਤੀ ਟ੍ਰੀਟਮੈਂਟ ਸ਼ਿਆਟਿਕਾ ਪੇਨ ਦੇ ਵਿੱਚ ਸਭ ਤੋਂ ਬੈਸਟ ਟ੍ਰੀਟਮੈਂਟ ਹੈ, ਜਿਹੜਾ ਆਪਾਂ ਐਨਾਲ ਏਰੀਆ ਦੇ ਵਿੱਚੋਂ ਆਪਾਂ ਮੈਡੀਕੇਟਡ ਆਇਲ ਆਪਾਂ ਇਨਸਰਟ ਕਰਦੇ ਹਾਂ, ਤੇ ਪੇਸ਼ੈਂਟਸ ਨੂੰ ਉਹ ਮੈਡੀਕੇਟਡ ਆਇਲ ਹੀ ਉਸ ਚੀਜ਼ ਨੂੰ ਰਿਲੀਫ ਸ਼ਿਆਟਿਕਾ ਪੇਨ ਦੇ ਵਿੱਚ ਬੜੀ ਜਲਦੀ ਦਿੰਦਾ ਹੈ। ਤੇ ਲੋਅਰ ਬੈਕ ਪੇਨ ਦੇ ਵਿੱਚ ਸਾਡੇ ਕੋਲ ਕਟੀ ਬਸਤੀ ਟ੍ਰੀਟਮੈਂਟ ਹੈ, ਜਿਹਦੇ ਵਿੱਚ ਆਪਾਂ ਆਇਲ ਦੀ ਥੈਰੇਪੀ ਸੇਮ ਪੇਸ਼ੈਂਟ ਨੂੰ ਦਿੰਦੇ ਆ, ਤੇ ਉਸ ਏਰੀਆ ਨੂੰ ਨਰਿਸ਼ ਕਰਦੇ ਆ ਤਾਂ ਕਿ ਉਸ ਏਰੀਆ ਦੀ ਨਸਾਂ ਖੁਸ਼ਕੀ ਦੀ ਵਜ੍ਹਾ ਨਾਲ
ਸੁੱਕੜ ਨਾ ਜਾਣ, ਉਹਨੂੰ ਆਪਾਂ ਲੂਬਰੀਕੇਟ ਕਰਕੇ ਉਹਦੇ ਤੇ ਬਲੱਡ ਸਰਕੂਲੇਸ਼ਨ ਨੂੰ ਪ੍ਰੋਪਰਲੀ ਐਕਟੀਵੇਟ ਰੱਖਦੇ ਆ, ਜਿਹਦੇ ਨਾਲ ਪੇਸ਼ੈਂਟ ਨੈਚੁਰਲੀ ਹੀਲ ਹੁੰਦਾ ਹੈ ਤੇ ਉਹਨੂੰ ਬਿਨਾਂ ਸਾਈਡ ਇਫੈਕਟ ਤੋਂ ਆਪਣੀ ਪ੍ਰੋਬਲਮ ਤੋਂ ਜੜੋਂ ਖਤਮ ਕਰ ਸਕਦਾ ਹੈ। ਡਾਕਟਰ ਸਾਹਿਬ, ਪੰਚਕਰਮਾ ਦੇ ਵਿੱਚ ਇੱਕ ਲੀਚ ਥੈਰੇਪੀ ਹੈ ਹਨਾ, ਉਹਦੇ ਬਾਰੇ ਜ਼ਰੂਰ ਦੱਸਣਾ ਚਾਹਾਂਗੇ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਸਾਨੂੰ। ਸੋ ਕਿਹੜੀਆਂ-ਕਿਹੜੀਆਂ ਉਹ ਬਿਮਾਰੀਆਂ ਨੇ ਜਿਨ੍ਹਾਂ ਤੋਂ ਉਹ ਥੈਰੇਪੀ ਸਾਨੂੰ ਬਚਾਉਂਦੀ ਹੈ? ਦੇਖੋ ਜੀ, ਲੀਚ ਥੈਰੇਪੀ ਭਗਵਾਨ ਸਾਡੇ ਜਿਹੜੇ ਇਸ਼ਟ ਦੇਵਤਾ ਨੇ, ਜਿਹੜੇ ਭਗਵਾਨ ਧਨਵੰਤਰੀ ਨੇ ਆਯੁਰਵੇਦ ਦੇ, ਉਹਨਾਂ ਦਾ ਵਰਦਾਨ ਹੈ ਇੱਕ ਤਰ੍ਹਾਂ ਦਾ ਆਯੁਰਵੇਦ ਨੂੰ। ਲੀਚ ਥੈਰੇਪੀ ਉਹਨਾਂ ਨੇ ਜੋ, ਅਗਰ ਤੁਸੀਂ ਦੇਖਿਆ ਹੋਏਗਾ ਤੇ ਭਗਵਾਨ ਧਨਵੰਤਰੀ ਦੇ, ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਉੱਪਰ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਸਾਡੇ ਕੋਲ, ਤੇ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਵੀ ਲੀਚ ਨੂੰ ਪਕੜਿਆ ਹੋਇਆ ਹੈ, ਠੀਕ ਹੈ। ਤੇ ਉਹਦੇ ਵਿੱਚ ਇਹ ਇੱਕ ਆਯੁਰਵੇਦ ਦਾ ਵਰਦਾਨ ਹੈ ਲੀਚ ਥੈਰੇਪੀ। ਲੀਚ ਥੈਰੇਪੀ ਇੱਕ ਏਦਾਂ ਦੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਆਪਣੀ ਹਰ ਤਰ੍ਹਾਂ ਦੀ ਬਿਮਾਰੀ ਨੂੰ ਕਿਉਰ ਕਰ ਸਕਦੇ ਹੋ। ਤੁਹਾਡੇ ਸਕਿਨ ਦੇ ਵਿੱਚ ਸੋਰੀਅਸਿਸ ਦੀ ਪ੍ਰੋਬਲਮ ਹੈ, ਚਮੜੀ ਰੋਗ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਹੈ, ਚਮੜੀ ਰੋਗ ਦੇ ਵਿੱਚ ਲੀਚ ਥੈਰੇਪੀ ਵਰਦਾਨ ਸਾਬਿਤ ਹੋਈ ਹੈ। ਹੇਅਰ ਫਾਲ ਦੇ ਟ੍ਰੀਟਮੈਂਟ ਦੇ ਵਿੱਚ ਲੀਚ ਥੈਰੇਪੀ ਵਰਦਾਨ ਸਾਬਿਤ ਹੋਈ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੈਰੀਕੋਜ਼ ਵੇਨ ਦੀ, ਗੋਡਿਆਂ ਦੇ ਕੋਲ ਅਗਰ ਤੁਸੀਂ ਦਰਸ਼ਕਾਂ ਨੂੰ, ਤੁਹਾਨੂੰ ਕਿਸੇ ਨੂੰ ਵੀ ਪ੍ਰੋਬਲਮ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਗੋਡਿਆਂ ਦੇ ਆਲੇ ਦੁਆਲੇ ਨਸਾਂ ਇਕੱਠੀਆਂ ਹੋਈਆਂ ਹੈ, ਉਹਦੇ ਵਿੱਚ ਵੀ ਆਪਾਂ ਲੀਚ ਥੈਰੇਪੀ ਲਗਾਉਂਦੇ ਆ ਤੇ ਉਹ ਨੈਚੁਰਲੀ ਉਸ ਚੀਜ਼ ਨੂੰ, ਗੰਦੇ ਖੂਨ ਨੂੰ ਸਕ ਕਰਕੇ ਉਹਨੂੰ ਨੈਚੁਰਲ ਨਾਰਮਲ ਸਕਿਨ ਦੇ ਤੌਰ ਦੇ ਉੱਤੇ ਉਹਨੂੰ ਲਿਆ ਦਿੰਦੀ ਹੈ। ਐਂਡ ਆਪਾਂ ਗੱਲ ਕਰੀਏ ਅੱਗੇ ਕਿ ਪਾਰਟਿਕੂਲਰ ਕਿਸੇ ਵੀ ਸਪੈਸੀਫਿਕ ਏਰੀਆ ਦੇ ਉੱਤੇ ਪੇਨ ਹੈ, ਉੱਥੇ ਆਪਾਂ ਲੀਚ ਅਪਲਾਈ ਕਰਦੇ ਹਾਂ ਤੇ ਉਸ ਪੇਨ ਨੂੰ ਵੀ ਸਬਸਾਈਡ ਕਰ ਦਿੰਦੀ ਹੈ। ਬਿਕੋਜ਼ ਲੀਚ ਦੇ ਵਿੱਚ ਇੱਕ ਲੋਕਲ ਐਨੈਸਥੀਸੀਆ ਹੈਗਾ, ਜਦੋਂ ਉਹ ਸਕ ਕਰਦੀ ਹੈ ਤੇ ਉਹ ਉਸ ਏਰੀਆ ਨੂੰ ਸੁੰਨ ਕਰ ਦਿੰਦੀ ਹੈ ਪੂਰੀ। ਇੱਕ ਉਹਨੂੰ ਲੋਕਲ ਐਨੈਸਥੀਸੀਆ ਦੀ ਇੱਕ ਵਰਦਾਨ ਹੈਗਾ ਉਹਦੇ ਕੋਲ, ਲੀਚ ਥੈਰੇਪੀ ਦੇ ਕੋਲ, ਪਲੱਸ ਉਹ ਇੱਕ ਉਸ ਏਰੀਆ ਦੀ ਪੇਨ ਨੂੰ, ਜਿਹਨੂੰ ਆਪਾਂ ਕਹਿੰਦੇ ਐਂਟੀ ਇਨਫਲੇਮੇਟਰੀ, ਉਸ ਇਨਫਲੇਮੇਸ਼ਨ ਨੂੰ, ਉਸ ਏਰੀਆ ਦੀ ਪੇਨ ਦੇ ਨਾਲ ਉਸ ਏਰੀਆ ਦੀ ਇਨਫਲੇਮੇਸ਼ਨ ਨੂੰ ਵੀ ਕਾਫੀ ਹੱਦ ਤੱਕ ਠੀਕ ਕਰ ਦਿੰਦੀ ਹੈ। ਡਾਕਟਰ ਸਾਹਿਬ, ਇੱਥੇ ਨਾ ਮੈਂ ਇੱਕ ਸਵਾਲ ਪੁੱਛਣਾ ਚਾਹੂੰਗੀ। ਜਦੋਂ ਨਾ ਲੀਚ ਜੋਕ ਦੀ ਗੱਲ ਆਉਂਦੀ ਹੈ ਤਾਂ ਇੱਕ ਮਨ ਦੇ ਵਿੱਚ, ਜ਼ਹਿਨ ਦੇ ਵਿੱਚ ਡਰ ਬੈਠਦਾ ਕਿ ਕੱਟੂਗੀ, ਪਤਾ ਨਹੀਂ ਉਤਰੂਗੀ ਕਿ ਨਹੀਂ ਉਤਰੂਗੀ। ਸੋ ਇਹਨਾਂ ਵਹਿਮਾਂ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਦੱਸੋ। ਦੇਖੋ ਜੀ, ਇਹ ਇੱਕ ਇਦਾਂ ਦਾ ਜਾਨਵਰ ਹੈ, ਆਪਾਂ ਇਦਾਂ ਦੀ ਇੱਕ ਲੀਚ ਥੈਰੇਪੀ, ਜੋਂਕ ਥੈਰੇਪੀ ਆਪਾਂ ਇਦਾਂ ਦਸੀਏ ਤੁਹਾਨੂੰ ਕਿ ਇਹ ਬਿਲਕੁਲ ਵੀ ਇਸ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ ਦਰਸ਼ਕਾਂ ਨੂੰ, ਕਿ ਇਹ ਇੱਕ ਸੇਫ ਪ੍ਰੋਸੈਸ ਹੈਗਾ ਆ, ਸੇਫ ਪ੍ਰੋਸੀਜਰ ਹੈ, ਜਿਹੜੀ ਇਹ ਬਿਨਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੁਹਾਨੂੰ ਕਦੋਂ ਇਹ ਅਪਲਾਈ ਹੋਈ ਹੈ ਤੇ ਕਦੋਂ ਉਤਰ ਗਈ ਹੈ। ਇਹਨੇ ਨੈਚੁਰਲੀ ਉਸ ਏਰੀਆ ਦੇ, ਜਿਸ ਏਰੀਆ ਦੇ ਵਿੱਚ ਆਪਾਂ ਅਪਲਾਈ ਕਰਦੇ, ਮੈਂ ਤੁਹਾਨੂੰ ਦਿਖਾਵਾਂਗਾ ਵੀ ਕਿ ਅੰਦਰ ਪੇਸ਼ੈਂਟ ਦੀ ਲੀਚ ਥੈਰੇਪੀ ਚੱਲਦੀ ਪਈ ਹੈ, ਤੇ ਮੈਂ ਤੁਹਾਨੂੰ ਦੱਸਾਂਗਾ ਕਿ ਉਹਦੇ ਜਦੋਂ ਸਕ ਕਰਦੀ ਹੈ ਤੁਹਾਨੂੰ ਹਲਕੀ ਜਿਹੀ ਵੀ ਦਰਦ ਨਹੀਂ ਹੋਏਗੀ ਉਹਦੇ ਵਿੱਚ। ਐਂਡ ਜਦੋਂ ਸਕ ਕਰਕੇ ਛੱਡ ਦੇਗੀ, ਉਹਨੇ ਆਪਣੇ ਆਪ ਹੀ ਉਸ ਚੀਜ਼ ਨੂੰ, ਜਦੋਂ ਉਹਦਾ ਪੇਟ ਭਰ ਜਾਏਗਾ, ਉਹਨੇ ਆਪਣੇ ਆਪ ਹੀ ਉਸ ਚੀਜ਼ ਨੂੰ ਡ੍ਰੌਪ ਕਰ ਦੇਣਾ ਏਰੀਆ ਨੂੰ। ਨਾ ਜਾਨਵਰ ਨੂੰ ਨੁਕਸਾਨ ਹੈ, ਨਾ ਪੇਸ਼ੈਂਟ ਨੂੰ ਨੁਕਸਾਨ ਹੋਏਗਾ ਉਸ ਚੀਜ਼ ਦਾ, ਤੇ ਉਹ ਟੋਟਲੀ ਸੇਫ ਪ੍ਰੋਸੀਜਰ ਹੈਗਾ ਹੈ। ਉਹਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਡਰਨ ਦੀ ਲੋੜ ਨਹੀਂ। ਲੋਕਾਂ ਦੇ ਮਨ 'ਚ ਇਹ ਵਹਿਮ ਹੈਗਾ ਕਿ ਜਾਨਵਰ ਹੈ, ਮੇਰੇ ਮੂੰਹ ਤੇ ਲਗਾਣਾ ਜਾਂ ਮੇਰੇ ਬੈਕ ਤੇ, ਮੇਰੇ ਉਸ ਪਾਰਟਿਕੂਲਰ ਇਨਫੈਕਟਡ ਏਰੀਆ ਤੇ ਲਗਾਣਾ ਹੈ, ਕਿਉਂਕਿ ਲੀਚ ਥੈਰੇਪੀ ਡਾਇਬਟਿਕ ਪੇਸ਼ੈਂਟਸ ਤੇ ਵੀ ਕਾਫੀ ਵਰਦਾਨ ਸਾਬਿਤ ਹੋਈ ਹੈ, ਜਿਨ੍ਹਾਂ ਦੇ ਪੈਰ ਕਾਲੇ ਪੈ ਜਾਂਦੇ ਆ ਜਾਂ ਪੈਰ ਦੇ ਵਿੱਚ ਇਨਫੈਕਸ਼ਨ ਨਹੀਂ ਠੀਕ ਹੋ ਰਹੀ ਹੈ ਡਾਇਬਟੀਜ਼ ਦੀ ਵਜ੍ਹਾ ਦੇ ਨਾਲ, ਉਸ ਏਰੀਆ ਦੇ ਵਿੱਚ ਵੀ ਆਪਾਂ ਲੀਚ ਥੈਰੇਪੀ ਅਪਲਾਈ ਕਰਦੇ ਹਾਂ ਤੇ ਮੈਜੀਕਲ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਦੇ ਆ ਕਿ ਜ਼ਖਮ ਜਿਹੜਾ ਐਂਟੀਬਾਇਓਟਿਕ ਖਾ ਕੇ ਨਹੀਂ ਭਰਦਾ, ਉਹ ਕੱਲੀ ਇੱਕ ਸਿੰਗਲ ਲੀਚ ਹੀ ਉਸ ਨੂੰ ਭਰ ਦਿੰਦੀ ਹੈ। ਜੀ ਜ਼ਰੂਰ ਡਾਕਟਰ ਸਾਹਿਬ, ਆਪਾਂ ਦੇਖਣਾ ਚਾਹਾਂਗੇ ਕਿ ਉਹ ਥੈਰੇਪੀ ਕਿਵੇਂ ਕੰਮ ਕਰਦੀ ਹੈ, ਔਰ ਤੁਸੀਂ ਜ਼ਰੂਰ ਸਮਝਾਇਓ ਕਿ ਉਹ ਥੈਰੇਪੀ ਕਿੱਦਾਂ ਫੇਸ ਸਕਿਨ ਦੇ ਲਈ ਕੰਮ ਵੀ ਕਰਦੀ ਹੈ। ਸਭ ਤੋਂ ਪਹਿਲੇ ਜੀ, ਇਹਨਾਂ ਦੇ ਜਿਹੜਾ ਸਾਡੇ ਕੋਲ ਪੇਸ਼ੈਂਟ ਹੈ ਇਸ ਵੇਲੇ, ਇਹਨਾਂ ਦੇ ਫੇਸ ਦੇ ਉੱਤੇ ਕਾਫੀ ਸਾਰੇ ਪਿੰਪਲਸ ਸੀਗੇ, ਐਂਡ ਇਸ ਪਿੰਪਲਸ ਨੂੰ ਰਿਕਵਰ ਕਰਨ ਦੇ ਲਈ, ਪਲੱਸ ਇਹਨਾਂ ਦੇ ਜਿਹੜੇ ਸਕਾਰਸ ਇਹਨਾਂ ਦੇ ਫੇਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਇਸ ਸਾਈਡ ਬਹੁਤ ਸਾਰੇ ਹੈਵੀ ਸਕਾਰਸ ਨੇ, ਇਹਨਾਂ ਸਕਾਰਸ ਨੂੰ ਕਵਰ ਕਰਨ ਦੇ ਲਈ ਵੀ ਲੀਚ ਥੈਰੇਪੀ ਕਾਫੀ ਹੈਲਪ ਕਰਦੀ ਹੈ। ਇਹਨੇ ਕਰਨਾ ਕੁਝ ਨਹੀਂ, ਇੱਥੇ ਇਹਨਾਂ ਨੂੰ ਆਪਾਂ ਅਪਲਾਈ ਕਰ ਦੇਣਾ, ਅਪਲਾਈ ਕਰਨ ਤੋਂ ਬਾਅਦ ਇਹਨੇ ਸਾਰਾ ਜਿੰਨਾ ਵੀ ਗੰਦਾ ਖੂਨ ਹੈਗਾ ਸਕ ਕਰ ਲੈਣਾ ਤੇ ਆਪਣੇ ਆਪ ਹੀ ਇਹਨੇ ਆਪਣੇ ਪਲੇਸ ਨੂੰ ਛੱਡ ਦੇਣਾ ਆਪਣੇ, ਸਾਨੂੰ ਉਹਦੇ 'ਚ ਕੁਝ ਕਰਨ ਦੀ ਲੋੜ ਨਹੀਂ ਹੈ। ਤੁਹਾਡੇ ਸਾਹਮਣੇ ਅੱਜ ਮੈਂ ਲਾਈਵ ਕਰਕੇ ਦਿਖਾਵਾਂਗਾ। ਅੱਛਾ ਡਾਕਟਰ ਸਾਹਿਬ, ਜਿਹੜੀ ਇਹ ਥੈਰੇਪੀ ਹੈ ਕਿੰਨੇ ਕੁ ਸਮੇਂ ਦੀ ਹੁੰਦੀ ਹੈ? ਇਹ ਮੈਮ ਜਿਹੜੀ ਥੈਰੇਪੀ ਹੈਗੀ ਆ, ਇਹ ਡਿਪੈਂਡ ਕਰਦਾ ਆ ਕਿ ਕਿੰਨਾ ਕੁ ਇਹ ਬਲੱਡ ਸਕ ਕਰਦੀ ਹੈਗੀ ਆ। ਇਹ ਮੇਰੇ ਹੱਥ 'ਚ ਤੁਸੀਂ ਦੇਖ ਰਹੇ ਹੋ ਲੀਚ ਹੈਗੀ ਹੈ, ਇਹਨੂੰ ਆਪਾਂ ਪੇਸ਼ੈਂਟਸ ਦੇ ਉੱਤੇ ਯੂਜ਼ ਕਰਾਂਗੇ। ਸੋ ਇਹ ਲੀਚ ਥੈਰੇਪੀ ਹੈ ਜਿੱਥੇ ਤੁਹਾਡੀ ਸਕਿਨ ਨੂੰ ਜੇਕਰ ਕੋਈ ਪ੍ਰੋਬਲਮ ਹੈ, ਸਕਿਨ ਡਿਸੀਜ਼ ਆ, ਇਹ ਆਪਣੇ ਆਪ ਉਹਨੂੰ ਕਿਉਰ ਕਰਦੀ ਹੈ। ਔਰ ਇਹ ਥੈਰੇਪੀ ਜਿਹੜੀ ਹੈ ਉਹ ਤੁਸੀਂ ਸਰ, ਮੈਂ ਇੱਕ ਤੁਹਾਡਾ ਐਡਰੈਸ ਜਾਣਨਾ ਚਾਹਾਂਗੀ, ਕਿੱਥੇ ਲੀਚ ਥੈਰੇਪੀ ਲਈ ਜਾ ਸਕਦੀ ਹੈ? ਇਹ ਸਾਡਾ ਦਾ ਵੇਦਾ ਵਾਈਵ ਆਯੁਰਵੈਦਿਕ ਕਲੀਨਿਕ ਐਂਡ ਪੰਚਕਰਮਾ ਸੈਂਟਰ ਹੈ, ਜਲੰਧਰ PPR ਮਾਲ ਦੇ ਨੇੜੇ। ਇੱਥੇ ਸਾਡੇ ਕੋਲ ਆਯੁਰਵੈਦਿਕ ਹਰਬਲ ਮੈਡੀਸਿਨਸ ਸਾਰੀਆਂ ਤਰ੍ਹਾਂ ਦੀਆਂ ਹੈਗੀਆਂ, ਜਿਹਦੇ ਵਿੱਚ ਆਪਾਂ ਡਿਫਰੈਂਟ ਤਰ੍ਹਾਂ ਦੇ ਪੇਸ਼ੈਂਟਸ ਨੂੰ ਡੀਲ ਕਰਦੇ ਹਾਂ, ਜਿਹਦੇ ਵਿੱਚ ਸੈਕਸ ਪ੍ਰੋਬਲਮ ਹੋ ਗਈ ਹੈ, ਜਿਹਦੇ ਵਿੱਚ ਫੀਮੇਲ ਇਨਫਰਟੀਲਿਟੀ PCOD ਦੀ ਪ੍ਰੋਬਲਮ ਹੋ ਗਈ ਹੈ, ਜਿਹਦੇ ਵਿੱਚ ਸਾਡੇ ਕੋਲ ਹੇਅਰ ਫਾਲ, ਜੁਆਇੰਟਸ ਪੇਨ ਕਿਸੇ ਵੀ ਤਰ੍ਹਾਂ ਦਾ, ਐਂਡ ਪੇਸ਼ੈਂਟਸ ਨੂੰ ਬ੍ਰੇਨ ਡਿਸਆਰਡਰ ਕਿਸੇ ਵੀ ਤਰ੍ਹਾਂ ਦਾ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ ਹੈ, ਇਨਸੋਮਨੀਆ ਰਹਿੰਦਾ ਹੈ,
ਪੇਸ਼ੈਂਟ ਐਂਜ਼ਾਈਟੀ ਦੇ ਵਿੱਚ ਬਹੁਤ ਹੈ, ਮਾਈਗ੍ਰੇਨ ਦੀ ਪੇਨ ਹੈ, ਉਹਦੇ ਵਿੱਚ ਸਾਡੇ ਕੋਲ ਸ਼ੇਰੋਧਾਰਾ ਥੈਰੇਪੀ ਦੀ ਵੀ ਫੈਸਿਲਿਟੀ ਉਪਲਬਧ ਹੈ। ਸਾਡੇ ਕੋਲ ਕੰਪਲੀਟ ਪੰਚਕਰਮਾ ਸੈਟਅਪ ਇੱਥੇ ਹੈ, ਜਿਹਦੇ ਵਿੱਚ ਆਪਾਂ ਹਰ ਇੱਕ ਤਰ੍ਹਾਂ ਦੀ ਫੈਸਿਲਿਟੀਆਂ ਪੇਸ਼ੈਂਟਸ ਨੂੰ ਇੱਥੇ ਦਿੰਦੇ ਆ। ਸਾਡੇ ਕੋਲ ਡਾਇਬਟਿਕ ਪੇਸ਼ੈਂਟਸ ਵੀ ਕਈ ਤਰ੍ਹਾਂ ਦੇ ਆਉਂਦੇ ਆ, ਜਿਨ੍ਹਾਂ ਦੇ ਪੈਰ ਕਾਲੇ ਪੈ ਚੁੱਕੇ ਹੁੰਦੇ ਆ, ਤੇ ਉਹਨਾਂ ਤੇ ਵੀ ਆਪਾਂ ਲੀਚ ਅਪਲਾਈ ਕਰਕੇ ਆਪਾਂ ਉਹਨਾਂ ਨੂੰ ਕਿਉਰ ਕਰਦੇ ਆ, ਉਹਨਾਂ ਦੇ ਜ਼ਖਮਾਂ ਨੂੰ ਹੀਲ ਕਰ ਦਿੰਦੇ ਆ ਜਲਦੀ। ਇਹ ਲੀਚ ਅਪਲਾਈ ਹੋ ਚੁੱਕੀ ਹੈ ਜੀ, ਤੁਸੀਂ ਦੇਖ ਸਕਦੇ ਹੋ ਮੈਮ। ਇਹਨੇ ਆਪਣੀ ਜਗ੍ਹਾ ਤੇ ਜਿੱਥੇ ਇਹਨੂੰ ਗੰਦਾ ਖੂਨ ਨਜ਼ਰ ਆ ਰਿਹਾ ਉਹਨੇ ਉੱਥੋਂ ਸਕ ਕਰਨਾ ਸ਼ੁਰੂ ਕਰ ਦੇਣਾ ਇਸ ਵੇਲੇ। ਠੀਕ ਹੈ, ਇਹ ਹੌਲੀ ਹੌਲੀ ਇਹਨੂੰ ਪ੍ਰੋਸੈਸਿੰਗ ਨੂੰ ਟਾਈਮ ਲੱਗਦਾ। ਇਹ ਅਟੈਚ ਹੋ ਚੁੱਕੀ ਹੈ ਇਸ ਵੇਲੇ ਸਕਿਨ ਤੇ, ਇਹਨੇ ਹੌਲੀ ਹੌਲੀ ਆਪਣਾ ਸਾਰਾ ਪ੍ਰੋਸੈਸਿੰਗ ਸ਼ੁਰੂ ਕਰ ਦੇਣੀ ਹੈ, ਤੇ ਹੌਲੀ ਹੌਲੀ ਇਹਨੇ ਜਿਹੜਾ ਛੋਟਾ ਸਾਈਜ਼ ਨਜ਼ਰ ਆ ਰਿਹਾ ਹੌਲੀ ਹੌਲੀ ਕਾਫੀ ਵੱਡਾ ਹੋ ਜਾਏਗਾ ਇਹ। ਅੱਛਾ ਡਾਕਟਰ ਸਾਹਿਬ, ਤੁਸੀਂ ਲੀਚ ਅਪਲਾਈ ਕੀਤੀ, ਪਿੰਪਲਸ ਸੀਗੇ, ਸਕਾਰਸ ਸੀਗੇ, ਸੋ ਇਹ ਟ੍ਰੀਟਮੈਂਟ ਦੇ ਲਈ ਕਿੰਨੀ ਸਿਟਿੰਗ ਜਿਹੜੀ ਹੈ ਲੀਚ ਦੀ ਉਹ ਰੱਖਣੀ ਪੈਂਦੀ ਹੈ? ਇਹ ਡਿਪੈਂਡ ਕਰਦਾ ਪੇਸ਼ੈਂਟ ਦੀ ਕੰਡੀਸ਼ਨਸ ਦੇ ਉੱਤੇ। ਲਾਈਕ ਜਿੱਦਾਂ ਸੋਰੀਅਸਿਸ ਦੇ ਪੇਸ਼ੈਂਟ ਹੈ, ਉਹਨਾਂ ਨੂੰ ਕਾਫੀ ਜ਼ਿਆਦਾ ਮੇਜਰ ਸਕਿਨ ਡਿਜ਼ੀਜ਼ ਹੈਗੀ ਹੈ, ਉਹਨਾਂ ਦੇ ਉੱਤੇ ਕਾਫੀ ਸਿਟਿੰਗਸ ਲੱਗਦੀਆਂ ਨੇ ਇਹਦੀਆਂ। ਜਿਹੜੇ ਸਿੰਪਲ ਕੱਲੇ ਬਲੈਮਿਸ਼ਸ ਜਾਂ ਪਿਗਮੈਂਟੇਸ਼ਨ ਨੂੰ ਕਿਉਰ ਕਰਨਾ ਚਾਹੁੰਦੇ ਉਹਨਾਂ ਦੇ ਵਿੱਚ 4 ਤੋਂ 5 ਸਿਟਿੰਗਸ ਲੱਗਦੀਆਂ। ਐਂਡ ਜਿਹੜੇ ਡਾਇਬਟਿਕ ਫੁੱਟ ਨੇ, ਜਿਨ੍ਹਾਂ ਦੇ ਪੈਰ ਦੇ ਵਿੱਚ ਕਾਫੀ ਜ਼ਿਆਦਾ ਗੂੜਾ ਜ਼ਖਮ ਹੈਗਾ ਹੈ, ਕਾਫੀ ਡੀਪ ਇੰਟਰਨਲੀ ਕਾਫੀ ਅੰਦਰ ਤੱਕ ਜ਼ਹਿਰ ਫੈਲ ਚੁੱਕਾ ਹੈ, ਉਹਨਾਂ ਦੇ ਵਿੱਚ ਉਹਨੂੰ ਕਾਫੀ ਟਾਈਮ ਲੱਗਦਾ ਕਿਉਰ ਹੋਣ ਨੂੰ। ਐਂਡ ਉਹ ਡਿਪੈਂਡ ਕਰਦਾ ਪੇਸ਼ੈਂਟ ਦੀ ਕੰਡੀਸ਼ਨ ਦੇ ਉੱਤੇ। ਅਗਰ ਪੇਸ਼ੈਂਟ ਨੂੰ ਕਿਸੇ ਨੂੰ ਕੋਲ ਇਦਾਂ ਦੀ ਕੋਈ ਤਕਲੀਫ ਹੈ, ਉਹ ਸਾਡੇ ਕੰਟੈਕਟ ਕਰ ਸਕਦਾ ਹੈ, ਸਾਨੂੰ ਇੱਕ ਵਾਰੀ ਚੈੱਕ ਕਰਵਾ ਸਕਦਾ ਹੈ, ਆਪਾਂ ਉਹਨਾਂ ਨੂੰ ਦੇਖ ਕੇ ਫਿਜ਼ੀਕਲੀ ਐਗਜ਼ਾਮਿਨ ਕਰਕੇ ਹੀ ਆਪਾਂ ਉਹਨਾਂ ਨੂੰ ਸੁਜੈਸਟ ਕਰ ਸਕਦੇ ਹਾਂ। ਅਗਰ ਮੈਂ ਤੁਹਾਨੂੰ ਕਹਿ ਦਵਾਂ ਕਿ 2-4 ਦਿਨ ਦਾ ਪ੍ਰੋਸੈਸ ਹੈਗਾ ਤੇ ਉਹਦੇ 'ਚ ਨਹੀਂ ਮਤਲਬ ਕਿਉਰ ਨਹੀਂ ਹੋ ਸਕਦਾ। ਇਹ ਪੇਸ਼ੈਂਟ ਦੀ ਕੰਡੀਸ਼ਨ ਦੇ ਉੱਤੇ ਡਿਪੈਂਡ ਕਰਦਾ ਕਿ ਉਹਨੂੰ ਕਿੰਨੀ ਸੈਟਿੰਗਸ ਦੀ ਲੋੜ ਹੈ। ਜੀ ਅੱਛਾ ਡਾਕਟਰ ਸਾਹਿਬ, ਤੁਸੀਂ ਡਾਇਬੀਟਿਕ ਪੇਸ਼ੈਂਟਸ ਦੀ ਗੱਲ ਕੀਤੀ, ਕਈ ਵਾਰੀ ਪੈਰ ਦਾ ਜ਼ਖਮ ਬਹੁਤ ਜ਼ਿਆਦਾ ਵੱਧ ਜਾਂਦਾ, ਸੋ ਮੈਂ ਬਹੁਤ ਵਾਰੀ ਸੁਣਿਆ ਪੈਰ ਉਂਗਲੀ ਕੱਟਣ ਤੱਕ ਦੀ ਨੌਬਤ ਆ ਜਾਂਦੀ ਹੈ, ਸੋ ਉਹ ਚੀਜ਼ਾਂ ਕਿਉਰ ਹੋ ਜਾਂਦੀਆਂ ਨੇ? ਦੇਖੋ ਮੈਮ, ਅਗਰ ਅਰਲੀ ਸਟੇਜ ਦੇ ਵਿੱਚ ਪੇਸ਼ੈਂਟ ਨੂੰ ਡਾਇਗਨੋਜ਼ ਹੋ ਜੇ ਤਾਂ ਇਹ ਚੀਜ਼ ਉਹਨੂੰ ਕਿਉਰ ਕਰ ਦੇਗੀ। ਪੇਸ਼ੈਂਟ ਨੂੰ ਪੈਰ ਕੱਟਣ ਦੇ ਜਾਂ ਉਂਗਲੀ ਕੱਟਣ ਦੀ ਨੌਬਤ ਨਹੀਂ ਆਏਗੀ। ਇਹ ਲੀਚ ਥੈਰੇਪੀ ਕਿੱਦਾਂ ਦੀ ਥੈਰੇਪੀ ਹੈ ਕਿ ਜਿਹੜੇ ਅੰਦਰੋਂ ਸਾਡੇ ਬਲੱਡ ਕਲੌਟਸ ਜੰਮੇ ਹੁੰਦੇ ਨੇ, ਪੈਰ ਕਾਲਾ ਕਿਉਂ ਪੈਂਦਾ, ਉਹਦਾ ਮੇਨ ਰੀਜ਼ਨ ਇਹ ਹੈ ਕਿ ਉਸ ਜਗ੍ਹਾ ਤੇ ਬਲੱਡ ਦੀ ਸਪਲਾਈ ਨਹੀਂ ਪ੍ਰੋਪਰ ਪਹੁੰਚਦੀ, ਜਿਸ ਕਰਕੇ ਉਹ ਪਹਿਲੇ ਨੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ, ਬਾਅਦ 'ਚ ਉਹ ਕਾਲਾ ਪੈ ਜਾਂਦਾ ਹੈ। ਕਾਲਾ ਪੈਣ ਦੀ ਵਜ੍ਹਾ ਦੇ ਨਾਲ ਉਹ ਉੱਥੇ ਬਲੱਡ ਸਪਲਾਈ ਡੈਡ ਹੋ ਜਾਂਦੀ ਹੈ। ਇਸ ਕਰਕੇ ਆਪਾਂ ਚਾਹੁੰਦੇ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਤੁਹਾਡੇ ਕਿ ਅਗਰ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੈ, ਕਿਸੇ ਦੇ ਪੈਰ ਦੇ ਵਿੱਚ ਜ਼ਖਮ ਹੈ, ਅਗਰ ਉਹ ਹੀਲ ਨਹੀਂ ਹੋ ਰਿਹਾ, ਉਹ ਬਿਨਾਂ ਝਿਜਕ ਮੇਰੇ ਨਾਲ ਕੰਸਲਟ ਕਰ ਸਕਦਾ ਹੈ। ਆਪਾਂ ਉਹਨਾਂ ਨੂੰ ਨੈਚੁਰਲ ਤਰੀਕੇ ਨਾਲ ਦੱਸਾਂਗੇ ਕਿ ਉਹਨਾਂ ਦੀ ਜ਼ਖਮ ਕਿੱਦਾਂ ਹੀਲ ਹੋ ਸਕਦਾ ਹੈ ਤੇ ਉਹਨੂੰ ਕਿੱਦਾਂ ਆਪਾਂ ਠੀਕ ਕਰ ਸਕਦੇ ਹਾਂ, ਤਾਂ ਕਿ ਉਹ ਐਂਡ ਤੱਕ ਡਾਇਬਟਿਕ ਜਿਹੜਾ ਗੈਂਗਰੀਨ ਫੁੱਟ ਹੁੰਦਾ ਉੱਥੇ ਤੱਕ ਨਾ ਪਹੁੰਚੇ, ਤੇ ਆਪਾਂ ਉਹਨੂੰ ਲੀਚ ਥੈਰੇਪੀ ਦੇ ਨਾਲ ਐਂਡ ਹਰਬਲ ਮੈਡੀਸਿਨਸ ਦੇ ਨਾਲ ਬਿਨਾਂ ਸਾਈਡ ਇਫੈਕਟਸ ਤੋਂ ਉਹਦਾ ਇਲਾਜ ਕੀਤਾ ਜਾਵੇ। ਜੀ ਸੋ ਡਾਕਟਰ ਸਾਹਿਬ, ਇੱਕ ਖੂਨ ਤਾਂ ਸਕ ਕਰਨ ਲੱਗ ਗਿਆ, ਸੋ ਜਾਨਣਾ ਚਾਹਾਂਗੇ ਇਹ ਲੀਚ ਕਿਸੇ ਹੋਰ ਪੇਸ਼ੈਂਟ ਤੇ ਯੂਜ਼ ਕੀਤੀ ਜਾ ਸਕਦੀ? ਨਹੀਂ ਜੀ, ਇਹ ਸਿੰਗਲ ਲੀਚ ਜਿਹੜੀ ਹੈ ਜਿਸ ਪੇਸ਼ੈਂਟ ਦੇ ਆਪਾਂ ਵਰਤੋਂ ਕਰ ਰਹੇ ਹਾਂ ਤੇ ਦੁਬਾਰਾ ਉਸੇ ਪੇਸ਼ੈਂਟ ਦੇ ਉੱਤੇ ਆਪਾਂ ਇਹਦੀ ਦੁਬਾਰਾ ਵਰਤੋਂ ਕਰਾਂਗੇ। ਇਹਦਾ ਪ੍ਰੋਸੈਸ ਜਿਹੜਾ ਹੈਗਾ, ਇਹਨੂੰ ਆਪਾਂ ਹਫਤੇ ਬਾਅਦ ਇਹਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ ਇੱਕ ਪੇਸ਼ੈਂਟ ਦੇ ਉੱਤੇ। ਇਹਨੂੰ ਦੂਸਰੇ ਪੇਸ਼ੈਂਟਸ ਤੇ ਆਪਾਂ ਨਹੀਂ ਯੂਜ਼ ਕਰਦੇ, ਬਿਕੋਜ਼ ਇੱਕ ਸਟਰਲਾਈਜੇਸ਼ਨ ਹੁੰਦੀ ਹੈ, ਇੱਕ ਪ੍ਰੋਪਰ ਜਿਹੜਾ ਪੇਸ਼ੈਂਟ ਦਾ ਇਹਨੇ ਖੂਨ ਸਕ ਕੀਤਾ ਆ, ਉਸੇ ਪੇਸ਼ੈਂਟਸ ਦੇ ਉੱਤੇ ਆਪਾਂ ਇਹਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ। ਆਪਾਂ ਦੂਸਰੇ ਪੇਸ਼ੈਂਟਸ ਤੇ ਨਹੀਂ ਰੱਖ ਸਕਦੇ, ਬਿਕੋਜ਼ ਉਹਦੇ 'ਚ ਇਨਫੈਕਸ਼ਨ ਹੋਣ ਦੇ ਜ਼ਿਆਦਾ ਚਾਂਸਸ ਹੈਗੇ ਆ। ਜੀ ਸੋ ਤੁਸੀਂ ਦੱਸਿਆ ਕਿ ਇਹ ਪੇਸ਼ੈਂਟ ਜਿਸ ਪੇਸ਼ੈਂਟ ਤੇ ਯੂਜ਼ ਕੀਤੀ ਉਸੇ ਪੇਸ਼ੈਂਟ ਤੇ ਕੁਝ ਸਮਾਂ ਬਾਅਦ ਅਸੀਂ ਰੱਖ ਸਕਦੇ ਹਾਂ, ਸੋ ਉਹ ਸਮਾਂ ਲੀਚ ਨੂੰ ਦਿੱਤਾ ਜਾਂਦਾ? ਜੀ ਹਾਂ, ਲੀਚ ਨੂੰ ਇਹ ਸਮਾਂ ਦਿੱਤਾ ਜਾਂਦਾ ਹੈਗਾ, ਬਿਕੋਜ਼ ਇਹਨੂੰ ਜਦੋਂ ਇੱਕ ਵਾਰੀ ਖੂਨ ਸਾਰਾ ਸਕ ਕਰਕੇ ਜਦੋਂ ਇਹ ਛੱਡ ਦੇਗੀ ਆਪਣੀ ਜਗ੍ਹਾ, ਉਸ ਤੋਂ ਬਾਅਦ ਇਹਨੂੰ ਆਪਾਂ ਵੋਮਿਟਿੰਗ ਕਰਾਵਾਂਗੇ। ਠੀਕ ਹੈ, ਤੇ ਵੋਮਿਟਿੰਗ ਕਰਾਉਣ ਤੋਂ ਬਾਅਦ ਇਹਨੂੰ ਆਪਾਂ ਦੁਬਾਰਾ ਇੱਕ ਕੰਟੇਨਰ ਦੇ ਵਿੱਚ, ਇੱਕ ਸੈਪਰੇਟ ਕੰਟੇਨਰ ਦੇ ਵਿੱਚ ਰੱਖਦੇ ਹਾਂ, ਤਾਂ ਕਿ ਉਹ ਲੀਚ ਮਿਕਸ ਨਾ ਹੋਵੇ ਕਿਸੇ ਹੋਰ ਕੰਟੇਨਰ ਦੇ ਨਾਲ। ਤੇ ਦੁਬਾਰਾ ਉਸ ਪੇਸ਼ੈਂਟ ਨੂੰ ਆਪਾਂ ਹਫਤੇ ਬਾਅਦ ਬੁਲਾਉਂਦੇ ਹਾਂ, ਤੇ ਹਫਤੇ ਬਾਅਦ ਬੁਲਾ ਕੇ ਉਹਨੂੰ ਤੇ ਦੁਬਾਰਾ ਸਿਟਿੰਗ ਆਪਾਂ ਇੱਕ ਦਿੰਦੇ ਹਾਂ ਲੀਚ। ਮਤਲਬ ਇਹ ਲੀਚ ਨੂੰ ਸੁੱਟਿਆ ਨਹੀਂ ਜਾਂਦਾ, ਇਸ ਲੀਚ ਨੂੰ ਮਾਰਿਆ ਨਹੀਂ ਜਾਂਦਾ, ਇਸ ਲੀਚ ਨੂੰ ਜਿਹੜਾ ਹੈ ਰੱਖ ਲਿਆ ਜਾਂਦਾ? ਜੀ ਹਾਂ, ਲੀਚ ਨੂੰ ਆਪਾਂ ਵੋਮਿਟਿੰਗ ਕਰਵਾ ਕੇ ਇਹਦੇ ਅੰਦਰੋਂ ਸਾਰਾ ਗੰਦਾ ਬਲੱਡ ਆਪਾਂ ਆਊਟ ਕਰਵਾ ਦਿੰਦੇ ਹਾਂ, ਐਂਡ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਪ੍ਰੀਜ਼ਰਵ ਕਰਕੇ ਰੱਖ ਲੈਂਦੇ ਤੇ ਦੁਬਾਰਾ ਉਹਨੂੰ ਉਸੇ ਪੇਸ਼ੈਂਟਸ ਦੇ ਉੱਤੇ ਆਪਾਂ ਦੁਬਾਰਾ ਉਹਨੂੰ ਟਾਈਮ ਦੇ ਦਿੰਦੇ ਹਾਂ ਕਿ ਇੰਨੀ ਤਰੀਕ ਨੂੰ ਤੁਸੀਂ ਆ ਜਿਓ, ਆਪਾਂ ਤੁਹਾਡੇ ਦੁਬਾਰਾ ਉਸ ਥੈਰੇਪੀ ਨੂੰ ਆਪਾਂ ਕੰਟੀਨਿਊ ਕਰਾਂਗੇ। ਤੇ ਉਹ ਪੇਸ਼ੈਂਟ 19 ਤਰੀਕ ਨੂੰ ਆਉਂਦੇ ਨੇ ਤੇ ਆਪਣੀ ਥੈਰੇਪੀ ਲੈਂਦੇ ਨੇ ਦੁਬਾਰਾ ਸੇਮ ਲੀਚ ਨਾਲ। ਜੀ ਸੋ ਡਾਕਟਰ ਸਾਹਿਬ, ਇੱਕ ਵਾਰੀ ਫਿਰ ਤੋਂ ਤੁਸੀਂ ਦੱਸਿਆ ਤਾਂ ਸੀ ਕਿ ਲੀਚ ਦੇ ਨਾਲ, ਲੀਚ ਥੈਰੇਪੀ ਨਾਲ ਕਿਹੜੇ ਜਿਹੜੀਆਂ ਬਿਮਾਰੀਆਂ ਨੇ ਉਹ ਦੂਰ ਕੀਤੀਆਂ ਜਾ ਸਕਦੀਆਂ। ਮੈਂ ਜ਼ਰੂਰ ਇੱਕ ਵਾਰੀ ਫਿਰ ਤੋਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਲੀਚ ਟ੍ਰੀਟਮੈਂਟ ਕਿਸ ਬਿਮਾਰੀ ਤੇ ਇਸਤੇਮਾਲ ਕੀਤੀ ਜਾ ਸਕਦੀ ਹੈ? ਲੀਚ ਦਾ ਟ੍ਰੀਟਮੈਂਟ ਜਿਹੜਾ ਹੈਗਾ ਜੀ, ਹੇਅਰ ਫਾਲ ਤੇ ਵੈਰੀਕੋਜ਼ ਵੇਨ ਤੇ ਡਾਇਬਟਿਕ ਫੁੱਟ, ਜਿਨ੍ਹਾਂ ਦਾ ਪੈਰ ਕਾਲਾ ਪੈ ਚੁੱਕਾ ਹੈ ਜਾਂ ਜ਼ਖਮ ਨਹੀਂ ਭਰ ਰਿਹਾ, ਉਹਦੇ ਤੇ ਕਾਫੀ ਅੱਛਾ ਰਿਜ਼ਲਟ ਦਿੰਦੀ ਹੈ। ਐਂਡ ਉਹਦੇ ਨਾਲ ਫੇਸ ਦੇ ਉੱਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਐਕਨੇ ਦੀ ਪ੍ਰੋਬਲਮ ਹੈਗੀ ਹੈ ਜਾਂ ਪਿੰਪਲਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ, ਉਸ ਤੋਂ ਬਾਅਦ ਸਕਿਨ ਖਰਾਬ ਹੋ ਜਾਂਦੀ ਹੈ, ਤੇ ਉਹ ਸਕਿਨ ਖਰਾਬ ਹੋਣ ਤੋਂ ਬਾਅਦ ਆਪਾਂ ਉਹਨੂੰ ਹੀਲ ਕਰਨ ਦੇ ਲਈ ਐਂਡ ਨਿਸ਼ਾਨ ਨੂੰ ਹਟਾਉਣ ਦੇ ਲਈ ਆਪਾਂ ਲੀਚ ਦਾ ਕਾਫੀ ਅੱਛੇ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ। ਜੀ
ਸੋ ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦੇਣਾ ਚਾਹਨੀ ਆ ਕਿ ਜਿਹੜੀ ਲੀਚ ਇਸਤੇਮਾਲ ਕੀਤੀ ਗਈ ਆ ਉਹਨੂੰ ਵੀ ਕੋਈ ਨੁਕਸਾਨ ਜਿਹੜਾ ਨਹੀਂ ਪਹੁੰਚਾਇਆ ਗਿਆ, ਉਹਨੂੰ ਜਸਟ ਜਿੱਦਾਂ ਸਿੰਪਲੀ ਕੰਟੇਨਰ ਚੋਂ ਕੱਢ ਕੇ ਉਹਨੂੰ ਰੱਖ ਦਿੱਤਾ ਗਿਆ। ਨਾ ਤਾਂ ਜਾਨਵਰ ਨੂੰ ਕੋਈ ਨੁਕਸਾਨ ਪਹੁੰਚਾਇਆ ਜਾ ਰਿਹਾ, ਨਾ ਜਿਸ ਸ਼ਖਸ ਦੇ ਉੱਤੇ ਇਸਤੇਮਾਲ ਕੀਤੀ ਜਾ ਰਹੀ ਹੈ, ਨਾ ਸ਼ਖਸ ਨੂੰ ਕਹਿ ਲਓ ਵੀ ਹਰਟ ਕੀਤਾ ਜਾ ਰਿਹਾ। ਸੋ ਇਹ ਬਹੁਤ ਹੀ ਸੇਫ ਪ੍ਰੋਸੀਜਰ ਹੈ। ਜੀ ਸੇਫ ਪ੍ਰੋਸੀਜਰ ਹੈ। ਤੁਸੀਂ ਦੇਖ ਸਕਦੇ ਹੋ ਕਿ ਲੀਚ ਜਿਹੜੀ ਹੈ ਇਸ ਵੇਲੇ ਆਪਣੀ ਪੂਰੀ ਕੈਪੈਸਿਟੀ ਦੇ ਨਾਲ ਆਪਣਾ ਪੇਸ਼ੈਂਟ ਦਾ ਗੰਦਾ ਖੂਨ ਜਿਹੜਾ ਹੈਗਾ ਉਹ ਸਕ ਕਰ ਰਹੀ ਹੈ। ਉਹਦੇ ਵਿੱਚ ਵੇਵ ਫਾਰਮਸ ਬਣਦੀਆਂ ਹੈ, ਜਿੱਦਾਂ ਸਮੁੰਦਰ ਦੀ ਲਹਿਰਾਂ ਹੁੰਦੀਆਂ ਉਸ ਤਰੀਕੇ ਦੇ ਨਾਲ ਉਹ ਖੂਨ ਨੂੰ ਸਕ ਕਰਦੀ ਹੈ ਤੇ ਉਹਦੇ 'ਚ ਪਤਾ ਲੱਗਦਾ ਹੈ ਕਿ ਲੀਚ ਮੋਟੀ ਹੋ ਰਹੀ ਹੈ। ਐਂਡ ਉਹਦੇ 'ਚ ਵੇਵਸ ਕੈਮਰਾ 'ਚ ਤੁਹਾਨੂੰ ਦਿਖਾਇਆ ਜਾਏਗਾ ਕਿ ਹਾਂ ਵੀ ਉਹਦੇ 'ਚ ਕਿੱਦਾਂ ਵੇਵਸ ਬਣਦੀਆਂ ਤੇ ਕਿੱਦਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਪੇਸ਼ੈਂਟ ਦਾ ਖੂਨ ਸਕ ਕਰ ਰਹੀ ਹੈ ਨਹੀਂ ਕਰ ਰਹੀ ਹੈ। ਡਾਕਟਰ ਸਾਹਿਬ, ਲੀਚ ਟ੍ਰੀਟਮੈਂਟ ਤੋਂ ਬਾਅਦ ਕੁਝ ਕਹਿ ਲਓ ਵੀ ਆਪਾਂ ਜਦੋਂ ਕਿਸੇ ਨੂੰ ਟ੍ਰੀਟਮੈਂਟ ਦਿੰਦੇ ਤਾਂ ਕੁਝ ਇਹਤਿਆਤ ਵਰਤਣ ਨੂੰ ਕਹਿੰਦੇ ਆ, ਹਨਾ। ਸੋ ਲੀਚ ਟ੍ਰੀਟਮੈਂਟ ਤੋਂ ਬਾਅਦ ਕੁਝ ਚੀਜ਼ਾਂ ਇਦਾਂ ਦੀਆਂ ਹੋਣਗੀਆਂ ਜਿਨ੍ਹਾਂ ਤੋਂ ਪਰਹੇਜ਼ ਕਰਨ ਬਾਰੇ ਕਿਹਾ ਜਾਂਦਾ ਹੋਵੇਗਾ। ਦੇਖੋ ਜੀ, ਮੇਲ ਪੇਸ਼ੈਂਟਸ ਨੂੰ ਆਪਾਂ ਤਾਂ ਇਹੀ ਕਹਿੰਦੇ ਆ ਕਿ ਤੁਸੀਂ ਆਪਣਾ ਫੇਸ ਪ੍ਰੋਪਰ ਤਰੀਕੇ ਨਾਲ ਨੀਟ ਐਂਡ ਕਲੀਨ ਰੱਖਣਾ, ਜ਼ਿਆਦਾ ਡਸਟ ਨਹੀਂ ਪੈਣ ਦੇਣੀ ਹੈ ਐਂਡ ਉਹਦੇ ਤੇ ਕੋਈ ਜ਼ਿਆਦਾ ਕਿਸੇ ਤਰੀਕੇ ਦੀ ਕੋਈ ਕਰੀਮ ਵਗੈਰਾ ਨਹੀਂ ਅਪਲਾਈ ਕਰਨੀ ਹੈ। ਬਿਕੋਜ਼ ਜਦੋਂ ਆਪਾਂ ਲੀਚ ਅਪਲਾਈ ਕਰਦੇ ਹਾਂ ਤਾਂ ਆਪਾਂ ਫੇਸ ਨੂੰ ਪਹਿਲੇ ਚੰਗੇ ਤਰੀਕੇ ਨਾਲ ਕਲੀਨ ਕਰਦੇ ਹਾਂ ਕਿ ਉਹਦੇ ਤੇ ਕੋਈ ਕੈਮੀਕਲ ਨਾ ਹੋਵੇ। ਬਿਕੋਜ਼ ਲੀਚ ਨੂੰ ਅਗਰ ਕੋਈ ਲੀਚ ਅਗਰ ਕੈਮੀਕਲ ਸਕ ਕਰ ਲਈ ਤਾਂ ਉਹਦੇ ਮਰਨ ਦੇ ਜ਼ਿਆਦਾ ਚਾਂਸਸ ਹੁੰਦੇ ਆ। ਫੀਮੇਲ ਪੇਸ਼ੈਂਟਸ ਨੂੰ ਵੀ ਆਪਾਂ ਇਹੀ ਕਹਿੰਦਾ ਹੈ ਕਿ ਉਹ ਜ਼ਿਆਦਾ ਫਾਊਂਡੇਸ਼ਨਸ ਵਗੈਰਾ ਜਾਂ ਕਿਸੇ ਤਰੀਕੇ ਦੀ ਕਰੀਮਸ ਵਗੈਰਾ ਨਾ ਯੂਜ਼ ਕਰਨ, ਤੇ ਜੇ ਉਹ ਕਰਦੀਆਂ ਵੀ ਨੇ ਤੇ ਆਪਾਂ ਉਹਨੂੰ ਕਲੀਨ ਕਰ ਦਿੰਦਾ ਪਹਿਲੇ, ਉਸ ਤੋਂ ਬਾਅਦ ਹੀ ਆਪਾਂ ਉਹ ਚੀਜ਼ ਯੂਜ਼ ਕਰਦੇ ਹਾਂ। ਤੇ ਆਫਟਰ ਟ੍ਰੀਟਮੈਂਟ ਵੀ ਆਪਾਂ ਇਹੀ ਪ੍ਰੀਕਾਸ਼ਨਸ ਐਡਵਾਈਜ਼ ਕਰਦੇ ਹਾਂ ਕਿ ਉਹ ਚੀਜ਼ਾਂ ਤੁਸੀਂ ਨਾ ਵਰਤੋਂ 'ਚ ਲਿਆਓ, ਤਾਂ ਕਿ ਉਹ ਫੇਸ ਨੂੰ ਤਾਂ ਹੀਲ ਹੋਣ ਦੇ ਵਿੱਚ ਥੋੜਾ ਦਿੱਕਤ ਦੇਗੀ ਐਂਡ ਆਫਟਰ ਦੈਟ ਉਹ ਲੀਚ ਨੂੰ ਵੀ ਨੁਕਸਾਨ ਦੇ ਸਕਦੀ ਹੈ। ਸੋ ਇਹ ਲੀਚ ਨੂੰ ਹੁਣ ਇਸ ਤੋਂ ਬਾਅਦ ਟ੍ਰੀਟਮੈਂਟ ਤੋਂ ਬਾਅਦ ਜਦੋਂ ਲੀਚ ਖੂਨ ਸਕ ਕਰ ਲੇਗੀ ਉਹਨੂੰ ਵੋਮਿਟ ਕਰਵਾਈ ਜਾਏਗੀ, ਹੈ ਨਾ? ਜੀ ਹਾਂ, ਇਹਨੂੰ ਜਦੋਂ ਸਕ ਕਰਕੇ ਆਪਣੀ ਜਗ੍ਹਾ ਛੱਡ ਦੇਗੀ ਤੇ ਇਹਨੂੰ ਆਪਾਂ ਟਰੇ ਦੇ ਵਿੱਚ ਰੱਖ ਕੇ ਇਹਨੂੰ ਆਪਾਂ ਵੋਮਿਟ ਕਰਾਵਾਂਗੇ। ਉਹ ਵੀ ਤੁਹਾਨੂੰ ਪ੍ਰੋਸੈਸ ਦਿਖਾਵਾਂਗੇ ਕਿ ਇਹਨੂੰ ਵੋਮਿਟ ਕਿੱਦਾਂ ਕਰਵਾ ਕੇ ਇਹਨੂੰ ਸੈਪਰੇਟ ਕੰਟੇਨਰ ਦੇ ਵਿੱਚ ਰੱਖਦੇ ਆ, ਕਿਉਂਕਿ ਇਸ ਪੇਸ਼ੈਂਟਸ ਦੇ ਉੱਤੇ ਆਪਾਂ ਇਹਨੂੰ ਲੀਚ ਨੂੰ ਵੋਮਿਟਿੰਗ ਕਰਵਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਵੋਮਿਟਿੰਗ ਨਹੀਂ ਕਰਾਵਾਂਗੇ ਤਾਂ ਇਹ ਜਲਦੀ ਡੈਡ ਹੋ ਜਾਏਗੀ ਫਿਰ ਨਹੀਂ ਤਾਂ। ਸੋ ਤੁਸੀਂ ਦੇਖਿਆ ਕਿ ਲੀਚ ਟ੍ਰੀਟਮੈਂਟ ਜਿਹੜਾ ਹੈ ਉਹ ਕਿੱਦਾਂ ਤੁਹਾਨੂੰ ਬਿਮਾਰੀਆਂ ਤੋਂ ਬਚਾ ਸਕਦੀ ਹੈ। ਜਿਵੇਂ ਸਕਿਨ ਦੀ ਬਿਮਾਰੀ ਦਾ ਉਹਨਾਂ ਨੇ ਇੱਕ ਜੋ ਟ੍ਰੀਟਮੈਂਟ ਸੀ ਸਾਡੇ ਰੂਬਰੂ ਕੀਤਾ, ਔਰ ਲੀਚ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੋਰ ਵੀ ਨੇ ਉਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਔਰ ਬਹੁਤ ਫਾਇਦੇਮੰਦ ਹੁੰਦੀ ਹੈ ਟ੍ਰੀਟਮੈਂਟ। ਇਸ ਦੇ ਨਾਲ ਹੋਰ ਕਿਹੜੀਆਂ ਟ੍ਰੀਟਮੈਂਟਸ ਨੇ, ਜਿਵੇਂ ਹੋਰ ਪੇਨਸ ਬਾਰੇ ਡਾਕਟਰ ਸਾਹਿਬ ਨੇ ਸਾਨੂੰ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ। ਸੋ ਡਾਕਟਰ ਸਾਹਿਬ, ਬਹੁਤ-ਬਹੁਤ ਸ਼ੁਕਰੀਆ ਇੰਨੀ ਖੂਬਸੂਰਤ ਜਾਣਕਾਰੀ ਸਾਂਝਾ ਕਰਨ ਦੇ ਲਈ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਕਵਰ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇ ਲੋਕਾਂ ਨੂੰ ਰੂਬਰੂ ਕਰਵਾਇਆ ਕਿ ਆਪਾਂ ਨੈਚੁਰਲੀ ਐਂਡ ਬਿਨਾਂ ਸਾਈਡ ਇਫੈਕਟਸ ਤੋਂ ਆਪਾਂ ਕਿੱਦਾਂ ਆਪਣੇ ਆਪ ਨੂੰ ਹੈਲਦੀ ਰੱਖ ਸਕਦੇ ਹਾਂ, ਸੇਫ ਰੱਖ ਸਕਦੇ ਹਾਂ। ਤੇ ਇਹਦੇ ਵਿੱਚ ਤੁਹਾਡੇ ਚੈਨਲ ਦਾ ਬਹੁਤ-ਬਹੁਤ ਥੈਂਕ ਯੂ ਪਹਿਲੇ ਤਾਂ, ਐਂਡ ਤੁਹਾਡੇ ਸਾਰੇ ਟੀਮ ਮੈਂਬਰਸ ਦਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਮੈਡਮ। ਸੋ ਤੁਸੀਂ ਜਾਣ ਲਿਆ ਕਿ ਕਿਵੇਂ ਤੁਸੀਂ ਬਹੁਤ ਆਸਾਨ ਤਰੀਕਿਆਂ ਦੇ ਨਾਲ, ਬਹੁਤ ਚੰਗੇ ਟ੍ਰੀਟਮੈਂਟ ਦੇ ਨਾਲ ਜਿਹੜਾ ਹੈ ਬਿਮਾਰੀਆਂ ਨੂੰ ਦੂਰ ਕਰ ਸਕਦੇ ਹੋ। ਫਿਲਹਾਲ ਦੇ ਲਈ ਹੁਣ ਇੰਨਾ ਹੀ। ਕੈਮਰਾਮੈਨ ਅਵੀ ਦੇ ਨਾਲ ਮੈਂ ਅਮਨਦੀਪ, ਟੀਵੀ ਪੰਜਾਬ।